ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪਰਕਾਸਕ ਸੁਮਤ ਪਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ ਮਨਾਈ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਤੀਸਾ ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਾਰ ਧਰ ਕਾਰ ਮਾਥ। ਜੁਗਲ ਚਰਨ ਮਮ ਬੰਦਨਾ ਧਰ ਪਾਰ ਧਰ ਕਾਰ ਮਾਥ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਪ੍ਰੇਮ ਸਹਿਤ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਕੀ ਗੋਦ ਅੰਦਰ ਜੁੜ ਕਰਕੇ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕਰਕੇ ਅਰਦਾਸ ਬੇਨਤੀ ਕੀਤੀ। ਸਤਿਗੁਰਾਂ ਨੇ ਕਿਰਪਾ ਕਰਦਿਆਂ ਰੱਬੀ ਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕੀਤਾ ਹੈ। ਆਓ ਉਪਰੰਤ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਕੇ ਚਰਨਾਂ ਅੰਦਰ ਸੁਰਤ ਨੂੰ ਇਕਾਗਰ ਕਰਦੇ ਹਾਂ। ਹਾਜ਼ਰੀ ਲਗਵਾਈਏ, ਰਸਨਾ ਕਰੀਏ ਪਵਿੱਤਰ ਪ੍ਰੇਮ ਸਹਿਤ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਪਾਵਨ ਸਥਾਨ ਤੋਂ ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਪ੍ਰੇਮ ਸਹਿਤ ਰੋਜ਼ਾਨਾ ਹੀ ਸ਼ਾਮ ਵੇਲੇ ਦੀ ਦੀਵਾਨਾਂ ਵਿੱਚ ਸ਼ਰਵਣ ਕਰ ਰਹੇ ਹਾਂ। ਇਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਅੰਤਲੇ ਸਮੇਂ ਦਾ ਵਰਣਨ ਚੱਲ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਇਹ ਬਚਨ ਕੀਤਾ ਕਿ ਅਸੀਂ ਸਰੀਰਕ ਜਾਮੇ ਨੂੰ ਸੰਕੋਚ ਕਰਕੇ ਵਾਹਿਗੁਰੂ ਦੇ ਘਰ ਚਲੇ ਜਾਣਾ ਹੈ। ਤਾਂ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਸੁਣਨ ਦੀ, ਦਰਸ਼ਨ ਕਰਨ ਦੀ ਭਾਵਨਾ ਜਾਗੀ। ਸੰਗਤਾਂ ਬੇਅੰਤ ਗਿਣਤੀ ਵਿੱਚ ਸਤਿਗੁਰਾਂ ਦੇ ਦੀਦਾਰੇ ਕਰਨ ਵਾਸਤੇ ਆਈਆਂ ਨੇ। ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਪਹਿਲਾਂ 2 ਵਾਰ ਸੁਨੇਹਾ ਘੱਲਿਆ, ਪਰ ਉਹਨਾਂ ਨੇ
गुरु साहब जी के बचनों ते प्रतीत ना की, भरोसा ना किया, ते वो दर्शन करने वास्ते ना आए। अखीर जिस वेले सतगुरु जी हुण बिल्कुल ज्योति जो समावण की तैयारी कर रहे ने, सतगुरां ने वस्त्र अपने उपर लै लिया है ते दब दे आसन के उत्ते विराज गए। तो उस वेले माता सुलखणी जी ने बड़े प्रेम सहित बेनती की, महाराज आप जी बख्शिंद हो, किसी दे अवगुण आप जी नहीं चितारते, कृपा करो अंतले समय एक बारी रहमत कर दिओ, बच्चों नूं अपने पुत्रां नूं दर्शन दे दिओ, एक बारी उन्हां नूं बुला लो, वो आप जी के दर्शनां तो वांझे ना रह जाण। सतगुरां ने एक गुरसिख नूं भेजिया कि जाओ पुत्रां नूं जाके सुनेहा दिओ। हुण गुरसिख गया, जाके बेनती की, ते जिस वेले बेनती की ते दोवां दे मन विच ये ख्याल आया कि जे माता जी ने गुरु साहिब जी नूं रोकिया है ते इस करके जाना सानूं जरूर चाहीदा है। मन विच वैराग जिहा पैदा होया कि अज तो बाद गुरु पिता जी ने दुबारा नहीं मिलना, इस करके जाके एक बारी मिल लईए। हुण दौड़े ने दर्शन करन वास्ते, पर सतगुरु जी दे आले दुआले बेअंत संगतां दा इकट्ठ है। संगतां दे घेरे विचों, वड्डे इकट्ठ विचों बहुत मुश्किल नाल निकलण वास्ते मिलिया। बड़ी मुश्किल नाल सतगुरां दे पास पहुंचे ने, पर उस वेले तक रौला पै गया कि गुरु साहिब जी तां ज्योति जोत समा चुके हन। दोवें बड़े पछताए ते अरदास कीती, फिर खड़े हो के, महाराज जीओ असीं भावें माण विच रहे, भावें साडे मन विच कई सारे गुस्से सन, पर इदां ना करो, किरपा करो एक वारी सानूं दर्शन जरूर दे दिओ, साडे मन विच किसी तरह दा पछतावा ना रह जावे। उस वेले सतगुरु जी फिर अरदास सुन के उठ के बैठ गए ते सतगुरां ने बड़े प्रेम नाल कहा, कहण लगे, पुत्रो तुहानूं तां असीं पहिलां ही बुला रहे सी, तुसीं चल के नहीं आए। अगों फिर पुत्रां ने बेनती की, कहण लगे, महाराज ਅਸੀਂ ਤੁਹਾਨੂੰ ਆਮ ਹੀ ਪਿਤਾ ਦੀ ਤਰ੍ਹਾਂ, ਮਨੁੱਖ ਦੀ ਤਰ੍ਹਾਂ ਹੀ ਜਾਣਿਆ, ਤੁਹਾਨੂੰ ਸਮਰੱਥ ਗੁਰੂ ਕਰਕੇ ਨਹੀਂ ਜਾਣਨਾ ਕੀਤਾ। ਮਹਾਰਾਜ ਨੇ ਕਿਹਾ, ਤੁਸੀਂ 2 ਘੜੀਆਂ ਦੀ ਉਮਰ ਮੰਗੀ ਹੈ, 2 ਘੜੀਆਂ ਦਾ ਸਮਾਂ ਮੰਗਿਆ, ਜੇ ਅੱਜ ਤੁਸੀਂ ਮੇਰੀ ਪੂਰੀ ਜ਼ਿੰਦਗੀ ਵੀ ਮੰਗ ਲੈਂਦੇ, ਜਿੰਨੇ ਪ੍ਰੇਮ ਨਾਲ ਤੁਸੀਂ ਅੱਜ ਅਰਦਾਸ ਕੀਤੀ ਸੀ, ਤਾਂ ਤੁਹਾਨੂੰ ਅੱਜ ਪੂਰੀ ਜ਼ਿੰਦਗੀ ਵੀ ਮਿਲ ਸਕਦੀ ਸੀ, ਪਰ ਜਿਵੇਂ ਪ੍ਰੇਮ ਨਾਲ ਤੁਸੀਂ ਅਰਦਾਸ ਅੱਜ ਕੀਤੀ, ਅੱਗੇ ਤੁਸੀਂ ਕਦੇ ਨਹੀਂ ਕੀਤੀ। सतगुरु कहने लगे, दसो जो तुहाडे मन विच है, जो बेनती करना चाहुंदे हो दसो, मंगो की मंगना चाहुंदे हो। तां पुत्रा ने बेनती की, महाराज साडे मन विच बड़ा सिकवा है, बड़ा साडे मन नूं गुस्सा लग्या, तुसीं अपने पुत्रां नूं हकदार नहीं जाणिया। संसार की रीत है कि जो पिता की जमीन जायदाद जो कुछ भी हुंदा है, उहदे हकदार पुत्र होया करदे ने, पर तुसीं तां अपने सेवक नूं सारा कुछ दे चले हो। असीं तुहाडे पुत्र हां ते असीं खाली रह गए। ते महाराज जी, पिता जी, साडा संसार विच तुहाडे पुत्र होण दे बावजूद भी साडा किसे सन्मान नहीं करना, किसे सत्कार नहीं करना, असीं इत्थे बिरलाप करदे फिरांगे। अगों सतगुरां ने बचन किया, कहण लगे, रब दे प्यारिआं दे तां जिहड़े कुत्ते भी हुंदे ने, उन्हां दा भी संसार सत्कार करदा है, तुसीं तां फिर भी गुरु के पुत्र हो, तुहाडा भी संसार विच सन्मान बरकरार रहेगा। तुसीं अज प्रेम नाल बेनती कीती है, अज चल के आए हो प्रेम दे नाल, तुहाडे अंदर भी कला वरतेगी। गुरु दे घर दा, गुरु रब दे प्यारिआं दे तां कुत्ते भी सत्कारयोग हो जांदे ने, तुसीं तां फिर गुरु साहिब कहंदे साडे अपने पुत्र हो। माण तुहाडा रहेगा, सत्कार तुहाडा रहेगा, दुनिया तुहाडा सत्कार भी करेगी, सन्मान भी करेगी। ते साहब ने कहा, तुहाडे घर विच धन दौलत दी, पैसे दी, होर पदार्थां दी कमी भी नहीं आएगी, पर एक गल चेते रखियो, शब्द दे जिहड़े अधिकारी ने वो केवल भाई लहणा जी ने, धन गुरु अंगद साहिब महाराज ने। जिहड़ी दात उन्हां नूं मिली वो नहीं तुहानूं मिलणी। हाँ, सत्कार तुहाडा होवेगा संसार विच, लोकी गुरु के सिख भी तुहाडा सत्कार करनगे, धन पदार्थ की भी कमी नहीं होएगी, कला भी वरतेगी, करामात भी तुहाडे कोल होएगी, पर जिहड़ी चीज़, जिहड़ी समर्था धन गुरु अंगद साहिब महाराज दे कोल है, उहदे अधिकारी तुसीं नहीं बन सकदे। गुरु साहिब कहंदे, तुसीं भी विचार करके देख लो, भाई लहणे ने सिदक कमाया है, भाई लहणे ने सेवा कमाई है,
ਤੇ ਇਹ ਰੱਬੀ ਹੁਕਮ ਹੈ ਤੇ ਰੱਬੀ ਮਰਜ਼ੀ ਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਜੋ ਤੁਹਾਡੀ ਇੱਛਾ ਸੀ ਕਿ ਸਾਨੂੰ ਕਿਸੇ ਸਤਿਕਾਰ ਨਹੀਂ ਕਰਨਾ, ਮਾਣ ਨਹੀਂ ਕਰਨਾ, ਉਹ ਨਹੀਂ ਤੁਹਾਡਾ ਕੋਈ ਵਿਗਾੜੇਗਾ, ਤੁਹਾਡਾ ਸਤਿਕਾਰ ਰਹੇਗਾ। ਪਰ ਪਦਵੀ ਜਿਹੜੀ ਹੈ, ਗੁਰਤਾ ਗੱਦੀ ਦੀ ਪਦਵੀ, ਉਹ ਤੁਹਾਨੂੰ ਪ੍ਰਾਪਤ ਨਹੀਂ ਹੋਣੀ। ਸਤਿਗੁਰਾਂ ਨੇ ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਜਦੋਂ ਸਮਝਾਇਆ, ਗੁਰੂ ਕੇ ਸੁੱਤਾਂ ਨੇ ਪੁੱਤਰਾਂ ਨੇ ਕਿਹਾ, ਠੀਕ ਹੈ ਪਿਤਾ ਜੀ, ਫਿਰ ਜੇ ਸਾਡਾ ਕਿਹੜਾ ਤੁਹਾਡੇ ਤੇ ਕੋਈ ਚਾਰਾ ਹੈ, ਜਿਵੇਂ ਤੁਹਾਡੀ ਇੱਛਾ, ਜੋ ਤੁਹਾਨੂੰ ਠੀਕ ਲੱਗਦਾ ਹੈ। ਇਹ ਕਹਿ ਕੇ ਚੁੱਪ ਕਰ ਗਏ। ਹੁਣ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀਓ, ਆਪ ਜੀ ਹੁਣ ਇਸ ਵੇਲੇ ਅੰਤਮ ਦਰਸ਼ਨ ਦੀਦਾਰੇ ਸੰਗਤਾਂ ਨੂੰ ਬਖਸ਼ਿਸ਼ ਕਰ ਰਹੇ ਹੋ। ਆਪ ਜੀ ਨੇ ਸਮੁੱਚੀ ਸਿੱਖ ਸੰਗਤ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਹੈ। ਆਪਣੇ ਮੁਖ ਵਿੱਚੋਂ ਕਿਰਪਾ ਕਰਕੇ ਸਤਨਾਮ ਵਾਹਿਗੁਰੂ ਜੀ ਦੇ ਅਰਥ ਸਾਨੂੰ ਸਮਝਾ ਦਿਓ, ਸਾਡੀ ਪ੍ਰੀਤ ਗੁਰੂ ਕੇ ਮੰਤਰ ਵਿੱਚ ਜੁੜ ਸਕੇ। ਇਹ ਬੇਨਤੀ ਸਾਡੀ ਪ੍ਰਵਾਨ ਕਰੋ। ਆਓ ਗੁਰੂ ਸਾਹਿਬ ਜੀ ਹੁਣ ਕੀ ਕਿਰਪਾ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਇਤਿਹਾਸ ਦੇ ਇਹਨਾਂ ਕਵੀ ਬੋਲਾਂ ਦੇ ਰਾਹੀਂ ਪ੍ਰੇਮ ਸਹਿਤ ਉਸ ਗੱਲ ਨੂੰ ਵਰਣਨ ਕਰ ਰਹੇ ਨੇ। ਪ੍ਰੇਮ ਸਹਿਤ ਵਿਚਾਰਨਾ ਕਰੀਏ ਜੀ। ਇਸ ਪ੍ਰਕਾਰ ਸੁਣ ਕੇ ਸੁਭ ਬਾਣੀ, ਅਰ ਸਿੱਖਨ ਮਨ ਕੀ ਗਤ ਜਾਨੀ। ਬਾਬਾ ਬੁੱਢਾ ਜੀਆਂ ਦੀ ਬੇਨਤੀ ਸੁਣ ਕੇ ਸਿੱਖਾਂ ਦੇ ਮਨਾਂ ਦੀ ਅਰਦਾਸ ਨੂੰ ਜਾਣਦਿਆਂ ਹੋਇਆਂ, ਸਮ ਅੰਮ੍ਰਿਤ ਕੇ ਗਿਰਾ ਰਸਾਲਾ, ਕਹਿ ਸ੍ਰੀ ਨਾਨਕ ਪਰਮ ਕਿਰਪਾਲਾ। ਅੰਮ੍ਰਿਤ ਵਰਗੇ ਰਸ ਭਰੇ ਹੋਏ ਸ਼ਬਦ, ਬੜੇ ਪਿਆਰੇ ਬਚਨ ਸਤਿਗੁਰਾਂ ਨੇ ਫਿਰ ਸੰਗਤਾਂ ਨੂੰ ਕਹਿਣੇ ਕੀਤੇ ਨੇ। ਦੋਹਰਾ ਸਤਨਾਮ ਸ੍ਰੀ ਵਾਹਿਗੁਰੂ, ਸੁਣੋ ਅਰਥ ਇਸ ਕੇਰ, ਜਿਸ ਕੇ ਸਿਮਰਨ ਅਧਿਕ ਫਲ, ਮਿਟੇ 84 ਫੇਰ। ਸਤਿਗੁਰਾਂ ਨੇ ਕਿਹਾ, ਗੁਰੂ ਕੇ ਪਿਆਰਿਓ, ਸਤਨਾਮ ਵਾਹਿਗੁਰੂ ਦੇ ਅਰਥ ਪ੍ਰੇਮ ਸਹਿਤ ਸੁਣੋ। ਜਿਹਦੇ ਸਿਮਰਨ ਕੀਤੇ ਬਹੁਤ ਵੱਡਾ ਫਲ ਮਿਲਦਾ ਹੈ ਤੇ 84 ਦਾ ਚੱਕਰ ਕੱਟਿਆ ਜਾਂਦਾ ਹੈ। ਸਵਈਆ ਗੌਤਮ ਨਾਮ ਅਗਿਆਨ ਮਹਾਨ ਕੋ, ਪਾਏ ਬੰਧਾਵ ਸਦੀਵ ਝੂਰੂ। ਗੋ ਅਰਥ ਜਿਹੜਾ ਗੋ ਸ਼ਬਦ ਹੈ, ਗੋ ਅਰਥ ਹੈ, ਗੋ ਦਾ ਅਰਥ ਹੈ ਹਨੇਰਾ। ਅਗਿਆਨਤਾ ਦਾ ਬੇਅੰਤ ਹਨੇਰਾ ਜੀਵ ਦੇ ਅੰਦਰ ਹੈ। ਬਹੁਤ ਸਾਰੀ ਅਗਿਆਨਤਾ ਹੈ, ਬਹੁਤ ਸਾਰੇ ਭਰਮ ਭੁਲੇਖੇ ਨੇ ਸਾਡੇ ਜੀਵਨ ਦੇ ਵਿੱਚ। ਦੇਹ ਅਨੇਕ ਧਰੇ ਜਨਮੇ, ਮ੍ਰਿਤ ਸੰਕਟ ਹੋਟ ਵਿਸਾਲ ਸੁਰੂ। ਇਹ ਅਗਿਆਨਤਾ ਹੀ ਹੈ ਜਿਹਦੇ ਕਰਕੇ ਬੰਦਾ ਜਨਮ ਲੈ ਕੇ ਸੰਸਾਰ ਤੇ ਆਉਂਦਾ ਹੈ। ਬੇਅੰਤ ਜਨਮ ਲੈਂਦਾ ਹੈ, ਬੇਅੰਤ ਵਾਰੀ ਮਰਦਾ ਹੈ। ਜਨਮ ਮਰਨ ਦਾ ਸੰਕਟ ਅਗਿਆਨਤਾ ਕਰਕੇ ਹੈ, ਭਰਮਾਂ ਕਰਕੇ ਹੈ, ਗਿਆਨ ਦੀ ਅਣਹੋਂਦ ਕਰਕੇ ਹੈ। ਸੋ ਤਤਕਾਲ ਬਲੀਨ ਕਰੇ ਹੋਏ, ਜਾਤ ਪ੍ਰਕਾਸ਼ ਰਹੇ ਇਸਰੂ। ਗੱਗੇ ਔਂਕੜ ਜਿਹੜਾ ਗੋ ਸ਼ਬਦ ਹੈ, ਉਹਦਾ ਤਾਂ ਅਰਥ ਹੈ ਹਨੇਰਾ। ਅਗਲਾ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਰੂਹ, ਗੁਰੂ ਸ਼ਬਦ ਜਿਹੜਾ ਪੂਰਾ ਬਣਦਾ ਹੈ। ਅਰੂਹ ਦਾ ਅਰਥ ਹੁੰਦਾ ਹੈ ਰੌਸ਼ਨੀ, ਜਿਹਨੂੰ ਅਸੀਂ ਪ੍ਰਕਾਸ਼ ਕਹਿੰਦੇ ਹਾਂ। ਗੁਰੂ ਉਹ ਸ਼ਕਤੀ ਹੈ, ਗੁਰੂ ਉਹ ਸ਼ਖਸੀਅਤ ਹੈ ਜਿਹੜੀ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਦੀ ਹੈ। ਜੀਵਨ ਵਿੱਚੋਂ ਭਰਮਾਂ ਨੂੰ ਕੱਢਣ ਵਾਲੀ ਸ਼ਕਤੀ ਨੂੰ, ਅਗਿਆਨਤਾ ਦੇ ਰਾਹ ਵਿੱਚੋਂ ਕੱਢਣ ਵਾਲੀ ਸ਼ਕਤੀ ਨੂੰ ਗੁਰੂ ਕਿਹਾ ਜਾਂਦਾ ਹੈ। ਸੋ ਆਚਰਜ ਮਹਾ ਬਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਜਿਹੜਾ ਵਾਹਿ ਸ਼ਬਦ ਹੈ, ਵਾਹਿ ਗੁਰੂ, ਅਸੀਂ ਇਹ ਸ਼ਬਦ ਪੜ੍ਹਦੇ ਹਾਂ ਵਾਹਿਗੁਰੂ। ਵਾਹਿ ਸ਼ਬਦ ਇਹਦਾ ਅਰਥ ਹੁੰਦਾ ਹੈ ਅਸਚਰਜ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਹੈਰਾਨ ਕਰਨ ਵਾਲਾ, ਅਦਭੁਤ, ਅਜਬ। ਬੇਅੰਤ ਸ਼ਬਦ ਨੇ, ਬਚਿੱਤਰ, ਜਿਹੜਾ ਬਿਲਕੁਲ ਹੈਰਾਨ ਕਰ ਦੇਣਾ ਵਾਲਾ ਹੋਵੇ, ਅਸਚਰਜਮਈ ਹੋਵੇ, ਬਿਸਮਾਦਮਈ ਹੋਵੇ, ਉਹਨੂੰ ਵਾਹਿ ਕਿਹਾ ਜਾਂਦਾ ਹੈ। ਸੌਖੇ ਸ਼ਬਦਾਂ ਵਿੱਚ ਆਪਾਂ ਕਹਿ ਲਈਏ, ਜਿਵੇਂ ਕਈ ਵਾਰੀ ਅਸੀਂ ਕੁਝ ਵਸਤੂਆਂ ਐਸੀਆਂ ਵੇਖਦੇ ਹਾਂ, ਕੁਦਰਤ ਦੇ ਕੁਝ ਨਜ਼ਾਰੇ ਵੇਖਦੇ ਹਾਂ, ਅਸੀਂ ਵੇਖ ਕੇ ਕਹਿੰਦੇ ਵਾਹ, ਰੱਬ ਦੀ ਕਿੰਨੀ ਪਿਆਰੀ ਖੇਡ ਹੈ। ਉਹ ਜਿਹੜਾ ਵਾਹ ਨਿਕਲਦਾ ਸਾਡੇ ਮੁਖ ਵਿੱਚੋਂ, ਬੜੇ ਅਚਰਜ ਰੂਪ ਵਿੱਚ, ਬੜੇ ਹੈਰਾਨਗੀ ਭਰੇ ਰੂਪ ਵਿੱਚ,
ਵਿਸਮਾਦ ਦੀ ਅਵਸਥਾ ਵਿੱਚ ਨਿਕਲਦਾ। ਤੇ ਕਵੀ ਜੀ ਵੀ ਕਹਿੰਦੇ ਨੇ, ਗੁਰੂ ਸਾਹਿਬ ਨੇ ਸਮਝਾਇਆ, ਸੋ ਅਸਚਰਜ ਮਹਾ ਵਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਕਹਿੰਦੇ ਗੁਰੂ ਸਾਹਿਬ ਨੇ ਸਮਝਾਇਆ, ਜਿਹੜਾ ਵਾਹੇ ਪਦ ਹੈ ਇਹ ਅਸਚਰਜ ਹੈ ਅਤੇ ਅੰਤ ਹੈਰਾਨਗੀ ਭਰਪੂਰ ਹੈ, ਵਿਸਮਾਦ ਦਾ ਭਰਿਆ ਹੋਇਆ ਹੈ। ਤੇ ਵਿਸਮਾਦ ਤੇ ਅਸਚਰਜਮਈ ਜਿਹੜਾ ਸਰੂਪ ਹੈ ਉਸ ਨੂੰ ਕਿਹਾ ਜਾਂਦਾ ਹੈ ਵਾਹਿਗੁਰੂ, ਜਿਹਨੂੰ ਵੇਖ ਕੇ ਬੰਦਾ ਵਿਸਮਾਦ ਵਿੱਚ ਚਲਿਆ ਜਾਵੇ। ਰੱਬ ਦੀ ਖੇਡ ਨੂੰ ਵੇਖ ਕੇ, ਰੱਬ ਜੀ ਦੇ ਗੁਣਾਂ ਨੂੰ ਵੇਖ ਕੇ ਜਦੋਂ ਵਿਸਮਾਦ ਵਿੱਚ ਚਲਾ ਜਾਂਦਾ ਹੈ, ਗੁਰੂ ਦੇ ਗੁਣਾਂ ਦੀ ਵਿਆਖਿਆ ਕਰਦਿਆਂ ਕਰਦਿਆਂ ਜਦੋਂ ਵਿਸਮਾਦ ਵਿੱਚ ਚਲਾ ਜਾਂਦਾ ਹੈ, ਫਿਰ ਮੁਖ ਵਿੱਚੋਂ ਨਿਕਲਦਾ ਹੈ ਵਾਹਿਗੁਰੂ। ਵਾਹਿਗੁਰੂ ਜੀ ਤੇਰੀਆਂ ਖੇਡਾਂ ਦਾ ਅੰਤ ਹੀ ਕੋਈ ਨਹੀਂ। ਸੋ ਜੜ ਜਾਤ ਬਿਥਾਰ ਮਹਾ ਦ੍ਰਿਸ਼ਟਮਾਨ ਬਚਿੱਤਰ ਅਨੇਕ ਪੁਰੂ। ਗੋ ਨਾਮ ਜਿਹੜਾ ਹੈ ਜੜ ਜਨਮ, ਇਹ ਹੈ ਜੜ। ਤਾਰ ਤਮੈ ਜਨਮੈ ਬਿਸਮੈ ਜਿਸ ਆਤ੍ਰਿਸ ਪਾਸਤ ਬੀਚ ਪੁਰੂ। ਗੁਰੂ ਕੀ ਕਰਦਾ ਹੈ? ਗੁਰੂ ਸਾਨੂੰ ਜੜ ਰੂਪ ਹੋਇਆ ਨੂੰ ਚੇਤਨ ਰੂਪਕ ਕਰ ਦਿੰਦਾ ਹੈ, ਭਾਵ ਕਿ ਸਾਡੇ ਅੰਦਰ ਚੇਤਨਤਾ, ਸਾਡੇ ਅੰਦਰ ਸੁਰਤੀ ਦਾ ਪ੍ਰਕਾਸ਼ ਕਰ ਦਿੰਦਾ ਹੈ। ਜੋ ਸਭ ਦੇਹਨ ਅੰਨ ਪਚਾਵਤ ਪਾਨਤ ਪ੍ਰਾਣ ਆਧਾਰ ਧਰੂ। ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਕੌਣ ਹੈ? ਜਿਹੜਾ ਸਾਰੇ ਸਰੀਰਾਂ ਦੇ ਵਿੱਚ ਅੰਨ ਪਹੁੰਚਾ ਰਿਹਾ ਹੈ, ਭਾਵ ਕਿ ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਨੇ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ। ਆਪ ਹੀ ਉਹ ਸਾਰਿਆਂ ਦੀ ਦੇਹ ਵਿੱਚ ਅੰਨ ਪਹੁੰਚਾਉਂਦਾ ਹੈ। ਫਿਰ ਅਗਨੀ ਰੂਪ ਹੋ ਕੇ, ਭਾਵ ਕਿ ਪਾਚਕ ਸ਼ਕਤੀ ਦੇ ਰੂਪ ਵਿੱਚ ਪ੍ਰਾਣਾਂ ਦਾ ਆਧਾਰ ਬਣਿਆ ਹੋਇਆ ਹੈ। ਭਾਵ ਕਿ ਜਿਹੜੀ ਅੰਦਰਲੀ ਖੇਡ ਚੱਲ ਰਹੀ ਹੈ ਸਾਡੇ ਸਰੀਰ ਦੀ ਵੀ, ਇਹਨੂੰ ਚਲਾਉਣ ਵਾਲਾ ਹੈ ਵਾਹਿਗੁਰੂ। ਬ੍ਰਿੰਦ ਬਖੀ ਕਾ ਚੇਤਨ ਜੇ ਤਿਨ ਕੇ ਵਿਵਹਾਰ ਕਰੇ ਜੇ ਸੁਰੂ। ਸਾਡੇ ਗਿਆਨ ਇੰਦਰੇ ਜਿਹੜੇ ਕਿ ਅਚੇਤਨ ਜੜ ਰੂਪ ਹਨ, ਸਾਰਿਆਂ ਦੇ ਅੰਦਰ ਸ਼ਕਤੀ ਪੈਦਾ ਕਰਨ ਵਾਲਾ, ਸਾਰਿਆਂ ਨੂੰ ਕੰਮ ਲਾਉਣ ਵਾਲਾ ਪਰਮਾਤਮਾ ਹੈ, ਉਹ ਵਾਹਿਗੁਰੂ ਹੈ, ਉਹ ਜੋਤ ਹੈ। ਭਾਵ ਕਿ ਜੜ ਵਿੱਚ ਪ੍ਰਵੇਸ਼ ਕਰ ਜਾਂਦਾ ਜਦੋਂ ਵਾਹਿਗੁਰੂ, ਤਾਂ ਇਹਨੂੰ ਚੇਤਨਤਾ ਦੇ ਦਿੰਦਾ ਹੈ, ਇਹਨੂੰ ਫੁਰਤੀ ਦੇ ਦਿੰਦਾ ਹੈ। ਹੋਰ ਸੌਖੇ ਸ਼ਬਦਾਂ ਵਿੱਚ ਸਮਝ ਲਈਏ, ਜਦੋਂ ਪ੍ਰਾਣੀ ਚਲਾ ਜਾਂਦਾ ਹੈ ਸਰੀਰ ਵਿੱਚੋਂ ਉਹਦੇ ਕੁਝ ਵੀ ਨਹੀਂ ਘਟਦਾ। ਅੱਖਾਂ ਵੀ ਉਸੇ ਤਰ੍ਹਾਂ ਹੀ ਹੁੰਦੀਆਂ ਨੇ, ਕੰਨ ਵੀ ਹੁੰਦੇ ਨੇ, ਹੱਥ ਪੈਰ ਵੀ ਹੁੰਦੇ ਨੇ, ਮੂੰਹ ਵੀ ਹੁੰਦਾ ਹੈ। ਸਰੀਰ ਦਾ ਇੱਕ ਵੀ ਅੰਗ ਬੰਦੇ ਦਾ ਘਟਦਾ ਨਹੀਂ ਜਦੋਂ ਬੰਦਾ ਮਰਦਾ ਹੈ, ਪਰ ਉਹ ਜੜ ਹੋ ਜਾਂਦਾ ਹੈ, ਉਹਦੇ 'ਚ ਕੋਈ ਚੇਤਨਤਾ ਨਹੀਂ ਰਹਿ ਜਾਂਦੀ, ਕੋਈ ਉਹਦੇ 'ਚ ਹਲਚਲ ਨਹੀਂ ਰਹਿ ਜਾਂਦੀ। ਸਰੀਰ ਸਾਰਾ ਉਸੇ ਤਰ੍ਹਾਂ ਹੀ ਹੈ, ਬਿਲਕੁਲ ਉਸੇ ਤਰ੍ਹਾਂ ਹੀ, ਪਰ ਉਹਦੇ ਵਿੱਚੋਂ ਹਲਚਲ ਖਤਮ ਹੋ ਗਈ, ਚੇਤਨਤਾ ਖਤਮ ਹੋ ਗਈ, ਫੁਰਤੀ ਖਤਮ ਹੋ ਗਈ। ਨਿਕਲਿਆ ਕਿ ਵਾਹਿਗੁਰੂ ਜੀ ਨੇ ਆਪਣੀ ਜੋਤ, ਆਪਣੀ ਸ਼ਕਤੀ ਕੱਢ ਲਈ। ਹੈ ਜੜ ਰੂਪ ਹੀ ਹੈ, ਇਹਦੇ ਵਿੱਚ ਚੇਤਨਤਾ ਨਹੀਂ ਹੈ ਸਰੀਰ ਵਿੱਚ। ਪਰਮਾਤਮਾ ਦੀ ਪਾਈ ਹੋਈ ਸ਼ਕਤੀ ਦੇ ਕਰਕੇ ਚੇਤਨ ਹੈ। ਇਹਦੇ ਵਿੱਚ ਕੋਈ ਨਾ ਕੋਈ ਹਲਚਲ ਹੈ, ਅਸੀਂ ਸੋਚਦੇ ਹਾਂ, ਬੋਲਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਇਹ ਸਾਰੀ ਖੇਡ ਪਰਮਾਤਮਾ ਜੀ ਦੀ ਜੋਤ ਕਰਕੇ। ਨਹੀਂ ਤਾਂ ਸਰੀਰ ਇਸੇ ਤਰ੍ਹਾਂ ਹੀ ਹੁੰਦਾ ਹੈ, ਪਾਸ ਬੈਠੇ ਪਰਿਵਾਰ ਦੇ ਮੈਂਬਰ ਰੋ ਰਹੇ ਹੁੰਦੇ ਨੇ, ਬੰਦੇ ਨੂੰ ਸੁਣਦਾ ਹੀ ਨਹੀਂ, ਕਿੰਨਾ ਰੌਲਾ ਪੈ ਰਿਹਾ ਹੁੰਦਾ ਹੈ। ਹੱਥ ਪੈਰ ਉਵੇਂ ਦੇ ਹੀ ਹੁੰਦੇ ਨੇ ਬਿਲਕੁਲ, ਪਰ ਬੰਦਾ ਆਪਣੀ ਉਂਗਲੀ ਵੀ ਨਹੀਂ ਹਿਲਾ ਸਕਦਾ, ਕਿਉਂਕਿ ਜਿਹਦੇ ਰਾਹੀਂ ਚੱਲ ਰਿਹਾ ਸੀ ਉਹ ਚੀਜ਼ ਵਿੱਚੋਂ ਨਿਕਲ ਗਈ। ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਕੌਣ ਹੈ? ਜਿਹੜਾ ਸਾਡੇ ਗਿਆਨ ਰੂਪ, ਜਿਹੜੇ ਗਿਆਨ ਇੰਦਰੀ ਨੇ, ਜਿਹੜੇ ਜੜ ਹਨ, ਜੜ੍ਹਾਂ ਦੇ ਵਿੱਚ ਚੇਤਨਤਾ ਭਰਨ ਵਾਲਾ ਹੈ, ਸੱਤਾ ਦਿੰਦਾ ਹੈ, ਫੁਰਤੀ ਭਰਨ ਵਾਲਾ ਹੈ। ਅੰਤਰ ਜੇ ਮਤ ਆਦ ਕਹਿ ਜੜ ਤੇ ਚਿਤ ਕੈ ਫੁਰ ਨਾ ਸੋ ਫੁਰੂ। ਹੁਣ ਜਿਸ ਵੇਲੇ ਸਾਡਾ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ, ਜੋਤ ਨਿਕਲ ਜਾਂਦੀ ਹੈ, ਦਿਮਾਗ ਤਾਂ ਹੁੰਦਾ ਸਰੀਰ ਵਿੱਚ, ਦਿਮਾਗ ਉਸੇ ਤਰ੍ਹਾਂ ਹੀ ਹੁੰਦਾ ਹੈ। ਤੇ ਜੇ ਸਾਇੰਸ ਦੀ ਮੰਨੀਏ, ਸਾਇੰਸ ਕਹਿੰਦੀ ਹੈ ਹਰੇਕ ਸਰੀਰ ਦਾ ਵੱਖੋ ਵੱਖਰੇ ਅੰਗ ਕੁਝ ਘੰਟਿਆਂ ਤੱਕ ਜਿਉਂਦੇ ਵੀ ਰਹਿੰਦੇ ਨੇ। 5 ਘੰਟਿਆਂ ਤੱਕ ਜਿਹੜੀਆਂ ਸਾਡੀਆਂ ਅੱਖਾਂ ਨੇ ਇਹ ਕੱਢ ਕੇ ਦੂਸਰੇ ਨੂੰ ਪਾਈਆਂ ਜਾ ਸਕਦੀਆਂ ਨੇ, ਇਹਨਾਂ ਵਿੱਚ ਅਜੇ ਜਾਨ ਹੁੰਦੀ ਹੈ। ਦਿਲ ਕੁਝ ਸਮੇਂ ਤੱਕ ਜੀਵਤ ਰਹਿੰਦਾ ਹੈ। ਵੱਖੋ ਵੱਖਰੇ ਜਿਹੜੇ ਸਾਡੇ ਸਰੀਰ ਦੇ ਅੰਗ ਨੇ
ਉਹਨਾਂ ਵਿੱਚ ਕੁਝ ਨਾ ਕੁਝ ਸਮੇਂ ਤੱਕ ਜੀਵਨ ਰਹਿੰਦਾ ਹੈ, ਹੁੰਦੇ ਨੇ ਜਿਉਂਦੇ, ਪਰ ਹਿੱਲ ਨਹੀਂ ਪਾ ਰਹੇ ਹੁੰਦੇ। ਦਿਮਾਗ ਹੁੰਦਾ ਹੈ, ਜਿਸ ਦਿਮਾਗ ਨਾਲ ਬੰਦੇ ਨੇ ਕਿੰਨੀਆਂ ਖੇਡਾਂ ਖੇਡੀਆਂ ਹੁੰਦੀਆਂ ਨੇ। ਬੰਦਾ ਕਹਿੰਦਾ ਜੀ ਮੇਰੇ ਕੋਲੇ ਬੜੀ ਅਕਲ ਹੈ, ਪਰ ਉਹ ਜਦੋਂ ਜੋਤ ਨਿਕਲ ਜਾਂਦੀ ਹੈ ਤਾਂ ਇਹ ਦਿਮਾਗ, ਇਹ ਬੁੱਧੀ ਵੀ ਜੜ ਰੂਪ ਹੋ ਜਾਂਦਾ ਹੈ। ਇਹਦੇ 'ਚ ਕੋਈ ਚੇਤਨਤਾ ਨਹੀਂ ਰਹਿ ਜਾਂਦੀ, ਬੰਦੇ ਦਾ ਦਿਮਾਗ ਉੱਥੇ ਕੋਈ ਕੰਮ ਨਹੀਂ ਕਰਦਾ। ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਕੌਣ ਹੈ, ਵਾਹਿਗੁਰੂ ਕੌਣ ਹੈ, ਕਿਉਂ ਹੈਰਾਨ ਕਰਨ ਵਾਲਾ ਹੈ, ਕਿਉਂ ਅਚਰਜਮਈ ਹੈ ਤੇ ਵਿਸਮਾਦਮਈ ਹੈ? ਕਿਉਂਕਿ ਸਾਡੀ ਬੁੱਧੀ ਨੂੰ, ਸਾਡੇ ਦਿਮਾਗ ਨੂੰ ਜਿਹੜੇ ਜੜ ਰੂਪ ਨੇ ਉਹਨੂੰ ਇਹ ਫੁਰਨੇ ਦਿੰਦਾ ਹੈ, ਉਹਦੇ ਅੰਦਰ ਵਿਚਾਰ ਪੈਦਾ ਕਰਨ ਵਾਲਾ ਹੈ। ਵਿਚਾਰ ਜਿਹੜੇ ਹੁਣ ਸਾਡੇ ਦਿਮਾਗ ਵਿੱਚ ਲੱਖਾਂ ਹੀ ਵਿਚਾਰ ਪੈਦਾ ਹੋ ਰਹੇ ਨੇ, ਕਿੱਥੋਂ ਆਉਂਦੇ ਨੇ ਪਤਾ ਹੀ ਨਹੀਂ, ਕਿੱਥੋਂ ਪੈਦਾ ਹੋਈ ਜਾਂਦੇ ਨੇ। ਹਰ ਵੇਲੇ ਕੁਝ ਨਾ ਕੁਝ ਸਾਡਾ ਸੋਚ, ਸਾਡੀ ਵਿਚਾਰ ਵਿੱਚ ਚੱਲੀ ਜਾਂਦਾ ਹੈ। ਇਹ ਸ਼ਕਤੀ ਚਲਾ ਰਹੀ ਹੈ, ਚਲਾਉਣ ਵਾਲਾ ਕੋਈ ਪਿੱਛੇ ਬੈਠਾ ਹੈ। ਜੋ ਅਚਰਜ ਮਹਾ ਵਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਜਿਹੜਾ ਵਾਹਿ ਪਦ ਹੈ, ਇਹਦਾ ਅਰਥ ਹੈ ਅਚਰਜ, ਵਿਸਮਾਦ, ਮਹਾ ਵਿਸਮਾਦ। ਇੰਨਾ ਵਿਸਮਾਦ ਹੈ ਜਿਹੜਾ ਸਾਰੀ ਖੇਡ ਨੂੰ ਚਲਾ ਰਿਹਾ ਹੈ। ਤੇ ਕਵੀ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਜੋ ਵਾਹਿਗੁਰੂ ਸ਼ਬਦ ਦਿੱਤਾ ਹੈ, ਇਸ ਕਰਕੇ ਹਰੇਕ ਪਿਆਰਾ ਆਪਣੇ ਮੁਖ ਵਿੱਚੋਂ ਕਹੀਏ ਧੰਨ ਵਾਹਿਗੁਰੂ। ਸ਼ੇਸ ਸਹੰਸ ਅਸੀਸ ਅਨੈਣ ਸੁਨੈਣ, ਸਹੰਸਰੀ ਰੂਪ ਧਰੋ। ਵਾਹਿਗੁਰੂ ਦੇ ਨਾਮ ਦੀ ਮਹਿਮਾ ਕਰ ਰਹੇ ਨੇ ਗੁਰੂ ਸਾਹਿਬ ਮਹਾਰਾਜ, ਸੰਗਤਾਂ ਨੂੰ ਸਮਝਾ ਰਹੇ ਨੇ। ਕਹਿੰਦੇ ਵਾਹਿਗੁਰੂ ਕੌਣ ਹੈ? ਵਾਹਿਗੁਰੂ ਦਾ ਨਾਮ ਹਜ਼ਾਰਾਂ ਸਿਰਾਂ ਵਾਲਾ ਹੈ। ਵਾਹਿਗੁਰੂ ਜੀ ਦੇ ਹਜ਼ਾਰਾਂ ਹੀ ਸਿਰ ਨੇ, ਪਰ ਦੂਜੇ ਪਾਸੇ ਵੇਖੀਏ ਨਿਰਗੁਣ ਸਰੂਪ ਦੇ ਵਿੱਚ ਉਹਦਾ ਇੱਕ ਵੀ ਸਿਰ ਨਹੀਂ ਹੈ। ਹਜ਼ਾਰਾਂ ਲੱਖਾਂ ਸਿਰ ਕਿਉਂ ਨੇ? ਕਿਉਂਕਿ ਜਿੰਨੇ ਸਾਡੇ ਸਿਰ ਲੱਗੇ ਨੇ ਇਹ ਵਾਹਿਗੁਰੂ ਦੇ ਹੀ ਨੇ, ਵਾਹਿਗੁਰੂ ਦੇ ਹੀ ਬਣਾਏ ਹੋਏ ਨੇ। ਪਰ ਜੇ ਦੂਜੇ ਰੂਪ ਵਿੱਚ ਵੇਖੀਏ, ਸਾਡਾ ਸਿਰ ਵੱਢਿਆ, ਬੰਦੇ ਦਾ ਸਿਰ ਵੱਢਿਆ, ਰੱਬ ਮਰਨ ਨਹੀਂ ਲੱਗਿਆ, ਪਰਮਾਤਮਾ ਨੇ ਨਹੀਂ ਖਤਮ ਹੋ ਜਾਣਾ। ਪਰਮਾਤਮਾ ਸਦਾ ਹੀ ਰਹਿਣ ਵਾਲਾ ਹੈ। ਇਸ ਕਰਕੇ ਉਹਦੇ ਹਜ਼ਾਰਾਂ ਸਿਰ ਹੈਗੇ ਵੀ ਨੇ, ਪਰ ਉਹ ਇਹਦੇ ਇੱਕ ਵੀ ਸਿਰ ਨਹੀਂ ਹੈ। ਆਪਾਂ ਸੋਹਿਲਾ ਸਾਹਿਬ ਬਾਣੀ ਦੇ ਬਚਨ ਵੀ ਪੜ੍ਹਦੇ ਹਾਂ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾਇਕ ਤੋਹੀ। ਇੱਕ ਪਾਸੇ ਉਹਦੀਆਂ ਲੱਖਾਂ ਹਜ਼ਾਰਾਂ ਹੀ ਸੂਰਤਾਂ ਨੇ, ਪਰ ਦੂਜੇ ਪਾਸੇ ਉਹਦੀ ਇੱਕ ਵੀ ਸੂਰਤ ਨਹੀਂ। ਇੱਕ ਪਾਸੇ ਉਹਦੇ ਕਿੰਨੇ ਹੀ ਨੈਣ ਨੇ, ਹਜ਼ਾਰਾਂ ਹੀ ਨੈਣ ਨੇ, ਪਰ ਦੂਜੇ ਪਾਸੇ ਵੇਖੀਏ ਰੱਬ ਦੀ ਇੱਕ ਵੀ ਅੱਖ ਨਹੀਂ ਹੈ। ਇੱਕ ਪਾਸੇ ਉਹਦੇ ਲੱਖਾਂ ਹੀ ਨੱਕ ਨੇ, ਪਰ ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਰੱਬ ਦਾ ਇੱਕ ਵੀ ਨੱਕ ਨਹੀਂ ਹੈ। ਇਹ ਹੈਰਾਨ ਕਰਨ ਵਾਲੀ ਖੇਡ ਹੈ। ਇੱਕ ਪਾਸੇ ਉਹਦੇ ਹਜ਼ਾਰਾਂ ਤੇ ਲੱਖਾਂ ਰੂਪ ਨੇ, ਪਰ ਦੂਜਾ ਪਾਸਾ ਦੇਖਾਂਗੇ ਇੱਕ ਵੀ ਰੂਪ ਉਹਦਾ ਨਹੀਂ ਹੈ। ਕਿਉਂ? ਕਿਉਂਕਿ ਲੱਖਾਂ ਰੂਪਾਂ ਦੇ ਖਤਮ ਹੋਇਆ ਵੀ ਉਹਨੇ ਰਹਿਣਾ ਹੈ। ਜਿੰਨੇ ਅਸੀਂ ਪ੍ਰਾਣੀ ਸਾਰੇ ਆਪਸ ਵਿੱਚ ਵੇਖ ਰਹੇ ਹਾਂ, ਬੰਦੇ ਦੇ ਰੂਪ ਵਿੱਚ ਰੱਬ ਹੈਗਾ ਹੈ, ਪਰ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਹੀ ਰੱਬ ਹਾਂ। ਕਿਉਂ? ਕਿਉਂਕਿ ਰੱਬ ਨੇ ਸਾਡੇ ਮਰੇ ਤੋਂ ਬਾਅਦ ਵੀ ਰਹਿ ਜਾਣਾ ਹੈ। ਅਸੀਂ ਨਹੀਂ ਰਹਿ ਪਾਵਾਂਗੇ। ਸਾਡੀ ਹੋਂਦ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਾਡਾ ਸਰੀਰ ਹੈ, ਪਰ ਰੱਬ ਦੀ ਹੋਂਦ ਸਰੀਰਾਂ ਦੇ ਵਿੱਚ ਵੀ ਹੈ ਤੇ ਸਰੀਰਾਂ ਤੋਂ ਪਰੇ ਵੀ ਹੈ। ਵਿਦਵਾਨ ਪੁਰਸ਼ਾਂ ਨੇ ਇੱਕ ਬੜੀ ਪਿਆਰੀ ਉਦਾਹਰਨ ਵੀ ਦਿੱਤੀ ਹੈ। ਕਹਿੰਦੇ 100 ਕੌਲੀਆਂ ਵਿੱਚ ਪਾਣੀ ਭਰ ਕੇ ਰੱਖ ਲਈਏ। ਅਸੀਂ ਕੌਲੀ ਕਹਿ ਦਿੰਦੇ ਹਾਂ, ਕੋਈ ਕਟੋਰੀ ਕਹਿ ਦਿੰਦਾ ਹੈ। ਖੁੱਲੇ ਆਕਾਸ਼ ਦੇ ਵਿੱਚ ਉੱਪਰ ਰਾਤ ਦਾ ਸਮਾਂ ਹੋਵੇ, ਚੰਦ ਚੜ੍ਹਿਆ ਹੋਵੇ, ਤੇ ਅਸੀਂ 100 ਕੌਲੀਆਂ 'ਚ ਪਾਣੀ ਭਰ ਲਈਏ। ਹੁਣ ਕੀ ਹੋਵੇਗਾ? ਆਕਾਸ਼ ਵਿੱਚ ਚੰਦਰਮਾ ਇੱਕੋ ਹੀ ਹੈ, ਪਰ ਜਿੰਨੀਆਂ ਕੌਲੀਆਂ ਵਿੱਚ ਅਸੀਂ ਪਾਣੀ ਭਰਿਆ, ਓਨੀਆਂ ਹੀ ਕੌਲੀਆਂ ਵਿੱਚ ਵੱਖੋ ਵੱਖਰਾ ਚੰਦ ਦਿਖੇਗਾ। ਜੇ 100 ਕੌਲੀਆਂ ਭਰੀਆਂ ਹੋਈਆਂ ਨੇ ਪਾਣੀ ਦੀਆਂ, 100 ਦੀਆਂ 100 ਕੌਲੀਆਂ 'ਚ ਚੰਦ ਦਿਖਣਾ ਹੈ। ਹੁਣ ਕੀ ਕਰੀਏ? ਅਸੀਂ ਸਾਰੀਆਂ ਕੌਲੀਆਂ ਦਾ ਪਾਣੀ ਡੋਲ ਦਈਏ ਤੇ ਸੋਚੀਏ ਚੰਦ ਖਤਮ ਕਰ ਦਿੱਤਾ। ਚੰਦ ਤਾਂ ਉਸੇ ਤਰ੍ਹਾਂ ਹੀ ਹੈ ਆਕਾਸ਼ ਵਿੱਚ। ਕੌਲੀਆਂ ਵਿੱਚ, ਕਟੋਰੀਆਂ 'ਚ ਪਾਣੀ ਭਰਿਆ, ਅਸੀਂ 100 ਦੀ ਬਜਾਏ ਲੱਖ ਵਿੱਚ ਭਰ ਲਈਏ, ਕਰੋੜ ਵਿੱਚ ਭਰ ਲਈਏ, ਜਿੰਨਿਆਂ 'ਚ ਵੀ ਭਰਾਂਗੇ ਪਾਣੀ, ਹਰੇਕ ਵਿੱਚ ਹੀ ਚੰਦ ਵੱਖਰਾ ਦਿਖੇਗਾ। ਪਰ ਕੌਲੀਆਂ ਵਿੱਚੋਂ ਪਾਣੀ ਡੋਲ ਦੇਣ ਦੇ ਨਾਲ ਚੰਦ ਖਤਮ ਨਹੀਂ ਹੋਇਆ, ਚੰਦ ਉਸੇ ਤਰ੍ਹਾਂ ਹੀ ਹੈ। ਉਸੇ ਤਰ੍ਹਾਂ ਸਾਡਾ ਸਰੀਰ ਨੇ, ਇਹ ਸਰੀਰ ਕੌਲੀਆਂ ਹੀ ਨੇ, ਤੇ ਪ੍ਰਮਾਤਮਾ ਰੂਪੀ ਚੰਦਰਮਾ ਦਾ ਹਰੇਕ ਦੇ ਅੰਦਰ ਹੀ ਇੱਕ ਸਰੂਪ ਦਿਖਦਾ ਹੈ। ਹਰੇਕ ਦੇ ਅੰਦਰ ਹੀ ਜੋਤ ਉਹਦੀ ਹੋਈ ਹੈ। ਪਰ ਜੇ ਜਿੰਨੀਆਂ, ਜਿਵੇਂ ਕੌਲੀਆਂ 'ਚੋਂ ਪਾਣੀ ਡੋਲਣ ਦੇ ਨਾਲ ਚੰਦ ਖਤਮ ਨਹੀਂ ਹੋਇਆ, ਉਸੇ ਤਰ੍ਹਾਂ ਜੀਵ ਦੇ ਮਰਨ ਦੇ ਨਾਲ, ਲੱਖਾਂ ਜੀਵਾਂ ਦੇ ਮਰਨ ਦੇ ਨਾਲ ਵੀ
परमात्मा नूं कोई फर्क नहीं पैंदा, वो जिवें दा है उवें दा ही है। ਉਹਦਾ ਸਿਰਫ ਪਰਛਾਵਾਂ ਹੈ, ਉਹਦੀ ਜੋਤ ਹੈ ਸਾਰਿਆਂ ਵਿੱਚ। ਤੇ ਗੁਰੂ ਸਾਹਿਬ ਜੀ ਇੱਥੇ ਵੀ ਸਮਝਾ ਰਹੇ ਨੇ, ਕਹਿੰਦੇ ਉਹਦੇ ਲੱਖਾਂ ਹਜ਼ਾਰਾਂ ਹੀ ਸੀਸ ਹੈਗੇ ਨੇ, ਪਰ ਦੂਜੇ ਪਾਸੇ ਵੇਖਿਓ ਉਹਦਾ ਇੱਕ ਵੀ ਸੀਸ ਨਹੀਂ। ਘਰਾਣ ਸਹੰਸਰ ਅਘਰਾਣ ਅਸਰੋਨਣ ਸਰੋਨਣ ਸਹੰਸਰ ਤੇ ਸਰੋਨਣ ਗੁਰੂ। ਇੱਕ ਪਾਸੇ ਵਾਹਿਗੁਰੂ ਜੀ ਦਾ ਨਾਮ ਜੇ ਵੇਖੀਏ ਹਜ਼ਾਰਾਂ ਲੱਖਾਂ ਨੇਤਰਾਂ ਵਾਲਾ ਹੈ, ਪਰ ਦੂਜੇ ਪਾਸੇ ਵੇਖੀਏ ਰੱਬ ਦਾ ਨੇਤਰ ਹੀ ਕੋਈ ਨਹੀਂ। ਕਿਉਂਕਿ ਅੱਖਾਂ ਤਾਂ ਇੱਥੇ ਹੀ ਆਪਾਂ ਵੇਖਦੇ ਆ, ਸਾਡੇ ਸਾਹਮਣੇ ਹੀ ਸੜ ਜਾਂਦੀਆਂ ਨੇ, ਪਰ ਰੱਬ ਦੀ ਅੱਖ ਸੜਦੀ ਥੋੜ੍ਹਾ, ਜਿਹਦੇ ਨਾਲ ਉਹ ਵੇਖਦਾ ਹੈ, ਉਹ ਤਾਂ ਕਦੇ ਖਤਮ ਨਹੀਂ ਹੋਈ, ਨਿਰੰਤਰ ਵੇਖਦਾ ਹੈ, ਸਾਰਿਆਂ ਨੂੰ ਵੇਖਦਾ ਹੈ, ਇਕੱਲੇ ਇਕੱਲੇ ਜੀਵ ਨੂੰ ਵੇਖ ਰਿਹਾ ਹੈ। ਇੱਕ ਪਾਸੇ ਹਜ਼ਾਰਾਂ ਹੀ ਉਹਦੇ ਰੂਪ ਨੇ, ਪਰ ਦੂਜੇ ਪਾਸੇ ਉਹਦਾ ਇੱਕ ਵੀ ਰੂਪ ਨਹੀਂ ਅਸੀਂ ਬਣਾ ਸਕਦੇ। ਜਿੰਨੇ ਵੀ ਰੂਪ ਅਸੀਂ ਵੇਖ ਰਹੇ ਹਾਂ, ਮਨੁੱਖ ਦੇ ਰੂਪ ਵਿੱਚ ਵੇਖ ਲਓ ਤਾਂ ਵੀ ਰੱਬ ਦੀ ਜੋਤ ਹੈ, ਪਸ਼ੂ ਦੇ ਰੂਪ ਵਿੱਚ ਵੇਖੋ ਤਾਂ ਵੀ ਰੱਬ ਦੀ ਜੋਤ ਹੈ, ਪੰਛੀ ਦੇ ਰੂਪ ਵਿੱਚ ਵੀ ਰੱਬ ਦੀ ਜੋਤ ਹੈ, ਦਰਖਤ ਦੇ ਰੂਪ ਵਿੱਚ ਵੀ ਹੈ, ਪਾਣੀ ਦੇ ਰੂਪ ਵਿੱਚ ਵੀ ਹੈ। ਹਰੇਕ ਰੂਪ ਨੇ ਉਹਦੇ ਬੇਅੰਤ ਰੂਪ ਨੇ। ਪਰ ਦੂਜੇ ਪਾਸੇ ਵੇਖੀਏ, ਗੁਰੂ ਸਾਹਿਬ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਦੂਜੇ ਪਾਸੇ ਵੇਖੀਏ ਉਹਦਾ ਨਿਰਗੁਣ ਸਰੂਪ ਵੇਖੀਏ, ਉੱਥੇ ਉਹਦਾ ਚੱਕਰ ਚਿਹਨ ਹੀ ਕੋਈ ਨਹੀਂ। ਰੱਬ ਨੂੰ ਕੋਈ ਬਣਾ ਹੀ ਨਹੀਂ ਸਕਦਾ। ਇਹ ਦੁਨੀਆ ਨੇ ਬਣਾਇਆ, ਵੈਸੇ ਦੁਨੀਆ ਨੇ ਕਿਹਾ ਜੀ ਇਹ ਮੇਰਾ ਰੱਬ ਹੈ। ਕਿਹਨੇ ਬਣਾਇਆ? ਬੰਦੇ ਨੇ ਕਿਹਾ ਜੀ ਮੈਂ ਆਪ ਬਣਾਇਆ। ਪਰ ਗੁਰੂ ਸਾਹਿਬ ਕਹਿੰਦੇ ਰੱਬ, ਹੇ ਭਾਈ, ਇਹ ਮਨੁੱਖ, ਰੱਬ ਤੇਰੇ ਬਣਾਇਆ ਨਹੀਂ ਬਣਦਾ, ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਬਣਾ ਦਿੱਤੇ। ਅਸੀਂ ਨਹੀਂ ਰੱਬ ਦੀ ਮੂਰਤ ਬਣਾ ਸਕਦੇ। ਬੰਦਾ ਰੱਬ ਦੀ ਮੂਰਤ ਬਣਾਉਂਦਾ ਵੀ ਹੈ ਤਾਂ ਉਹਦੇ ਵਿੱਚ ਕੋਈ ਚੇਤਨਤਾ ਨਹੀਂ ਹੁੰਦੀ। ਬੰਦਾ ਨੇ ਮੂਰਤ ਬਣਾ ਲਈ ਰੱਬ ਦੀ, ਪਰ ਉਹਦੇ ਚੇਤਨਤਾ ਕੋਈ ਨਹੀਂ। ਪਰ ਰੱਬ ਜਿਉਂਦੀਆਂ ਜਗਦੀਆਂ ਮੂਰਤੀਆਂ ਬਣਾਉਂਦਾ ਹੈ, ਜਿਉਂਦੀਆਂ ਜਗਦੀਆਂ ਲੱਖਾਂ ਕਰੋੜਾਂ ਮੂਰਤੀਆਂ ਬਣਾਉਂਦਾ ਹੈ, ਤੇ ਮੂਰਤੀਆਂ ਹੱਸਦੀਆਂ ਵੀ ਨੇ, ਬੋਲਦੀਆਂ ਵੀ ਨੇ, ਤੁਰਦੀਆਂ ਫਿਰਦੀਆਂ ਵੀ ਨੇ, ਭਾਵ ਕਿ ਅਸੀਂ ਰੱਬ ਦੀਆਂ ਬਣਾਈਆਂ ਮੂਰਤੀਆਂ। ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਨੇ ਰੱਬ ਦੇ ਹਜ਼ਾਰਾਂ ਹੀ ਰੂਪ ਨੇ, ਪਰ ਦੂਜੇ ਪਾਸੇ ਇੱਕ ਵੀ ਰੂਪ ਨਹੀਂ। ਕਿੱਡਾ ਹੈਰਾਨ ਕਰਨ ਵਾਲਾ ਉਹਦਾ ਰੂਪ ਹੈ। ਇੱਕ ਪਾਸੇ ਹਜ਼ਾਰਾਂ ਹੀ ਨੱਕ ਨੇ, ਪਰ ਦੂਜੇ ਪਾਸੇ ਉਹਦਾ ਨੱਕ ਹੀ ਕੋਈ ਨਹੀਂ। ਪ੍ਰਾਣ ਸਹੰਸਰ ਆਪਾਣ ਆਪਾਦ ਸਪਾਦ ਸਹੰਸਰ ਅਨੂਰੂ ਉਰੂ। ਇੱਕ ਪਾਸੇ ਵਾਹਿਗੁਰੂ ਜੀ ਦਾ ਨਾਮ ਏਡਾ ਪਿਆਰਾ ਹੈ, ਉਹਦੇ ਹਜ਼ਾਰਾਂ ਹੀ ਕੰਨ ਨੇ, ਪਰ ਦੂਜੇ ਪਾਸੇ ਰੱਬ ਦਾ ਕੰਨ ਹੀ ਕੋਈ ਨਹੀਂ। ਇੱਕ ਪਾਸੇ ਰੱਬ ਦੇ ਹਜ਼ਾਰਾਂ ਹੀ ਹੱਥ ਨੇ, ਦੂਸਰੇ ਪਾਸੇ ਰੱਬ ਦਾ ਹੱਥ ਹੀ ਕੋਈ ਨਹੀਂ। ਹਜ਼ਾਰਾਂ ਹੀ ਪੈਰ ਨੇ, ਪਰ ਸਾਹਿਬ ਕਹਿੰਦੇ ਦੂਜੇ ਪਾਸੇ ਪੈਰ ਹੀ ਕੋਈ ਨਹੀਂ। ਜੋ ਵਸ ਚਰਜ ਮਹਾ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਇੱਕ ਪਾਸੇ ਲੱਖਾਂ ਹੀ ਪੈਰ ਨੇ, ਦੂਜੇ ਪਾਸੇ ਰੱਬ ਦਾ ਪੈਰ ਹੀ ਕੋਈ ਨਹੀਂ। ਤੇ ਐਸਾ ਮਹਾਨ ਅਸਚਰਜ ਬਿਸਮਾਦ ਰੂਪ ਪ੍ਰਕਾਸ਼ ਦੇਣ ਵਾਲਾ ਪਦ ਹੈ ਵਾਹਿਗੁਰੂ। ਇਸ ਕਰਕੇ ਮੁਖ ਵਿੱਚੋਂ ਕਹੀਏ ਵਾਹਿਗੁਰੂ। ਤਰਾਸਤ ਹੈ ਜਿਸ ਤੇ ਮ੍ਰਿਤਰ ਦੌਰਤ ਲੋਰਤ ਜੀਵਨ ਅੰਤ ਕੁਰੂ। ਵਾਹਿਗੁਰੂ ਨਾਮ ਉਹ ਹੈ ਜਿਹਦੇ ਤੋਂ ਡਰਦੀ ਹੋਈ ਮੌਤ ਵੀ ਦੌੜਦੀ ਫਿਰਦੀ ਹੈ। ਜਿਹੜੀ ਮੌਤ ਸਾਰੇ ਜੀਵਾਂ ਨੂੰ ਖਤਮ ਕਰ ਦਿੰਦੀ ਹੈ, ਵਾਹਿਗੁਰੂ ਦੇ ਨਾਮ ਦੇ ਅੱਗੇ ਉਹ ਦੌੜਦੀ ਹੈ, ਵਾਹਿਗੁਰੂ ਦੇ ਨਾਮ ਦੇ ਨੇੜੇ ਨਹੀਂ ਆਉਂਦੀ। ਤਰਾਸ ਧਰਾ ਤਰਕੋ ਤ੍ਰਿਤ ਧਾਰਤ ਤਰਾਸਤ ਪਾਉਣ ਤਿਰਲੋਕ ਤੁਰੂ। ਵਾਹਿਗੁਰੂ ਕੌਣ ਹੈ? ਜਿਹਦੇ ਕਰਕੇ ਧਰਤੀ ਨੇ ਏਡੇ ਭਾਰੇ ਭਾਰੇ ਪਹਾੜ ਚੁੱਕ ਰੱਖੇ ਨੇ। ਧਰਤੀ ਸਾਡੇ ਕਿਹਾ ਥੋੜਾ ਕਿਸੇ ਨੂੰ ਚੁੱਕ ਕੇ ਰੱਖਿਆ ਹੋਇਆ ਧਰਤੀ ਨੇ। ਵਾਹਿਗੁਰੂ ਦੇ ਭੈ ਵਿੱਚ, ਵਾਹਿਗੁਰੂ ਦੇ ਹੁਕਮ ਦੇ ਵਿੱਚ ਧਰਤੀ ਪਰਬਤਾਂ ਨੂੰ ਆਪਣੇ ਤੇ ਉਹਨੇ ਥਾਂ ਦਿੱਤੀ ਹੈ। ਵਾਹਿਗੁਰੂ ਦੇ ਭੈ ਵਿੱਚ ਹਵਾ ਤਿੰਨਾਂ ਲੋਕਾਂ ਵਿੱਚ ਚੱਲ ਰਹੀ ਹੈ। ਆਪਾਂ ਵੇਖਦੇ ਹਾਂ ਅੱਜ ਤੱਕ ਹਵਾ ਨੇ ਕਦੇ ਛੁੱਟੀ ਨਹੀਂ ਲਈ। ਇੱਕ ਪਲ ਵਾਸਤੇ ਵੀ, ਕੁਝ ਸੈਕਿੰਡ ਵਾਸਤੇ ਵੀ ਹਵਾ ਕਵੇ ਜੀ ਵਾਹਿਗੁਰੂ ਪ੍ਰਮਾਤਮਾ ਜੀ ਹੁਣ ਤਾਂ ਬੜੀਆਂ ਸਦੀਆਂ ਹੋ ਗਈਆਂ, ਥੋੜਾ ਜਿਹਾ ਸਮਾਂ ਦਾ ਆਰਾਮ ਮੈਨੂੰ ਵੀ ਕਰਨਾ ਚਾਹੀਦਾ ਨਾ। ਤੇ ਹਵਾ ਛੁੱਟੀ ਤੇ ਚਲੀ ਜਾਏ ਤੇ ਕੀ ਹੋਏਗਾ? ਸਾਰੇ ਪਾਸੇ ਹਵਾ ਕਰਕੇ ਜੀਵਨ ਹੈ, ਸਾਹ ਲੈ ਰਹੇ ਨੇ ਜੀਵ। ਪਰਮਾਤਮਾ ਜੀ ਦੇ ਭੈ ਵਿੱਚ, ਉਹਦੇ ਹੁਕਮ ਦੇ ਵਿੱਚ ਹਵਾ ਨਿਰੰਤਰ ਚੱਲ ਰਹੀ ਹੈ। ਜਿਸ ਦਿਨ ਤੋਂ ਹਵਾ ਦੀ ਡਿਊਟੀ ਲਾ ਦਿੱਤੀ,
सदा वास्ते लगी हुई है, निरंतर चल रही है। ਤੇ ਕਵੀ ਜੀ ਕਹਿੰਦੇ ਗੁਰੂ ਸਾਹਿਬ ਸਮਝਾਉਂਦੇ ਨੇ ਰੱਬ ਕੌਣ ਹੈ, ਵਾਹਿਗੁਰੂ ਕੌਣ ਹੈ, ਜਿਹਦੇ ਭੈ ਵਿੱਚ ਸਾਰੀਆਂ ਸ਼ਕਤੀਆਂ ਚੱਲ ਰਹੀਆਂ ਨੇ। ਕਿੱਡੀ ਵੱਡੀ ਤਾਕਤ ਹੈ ਹਵਾ ਵਿੱਚ। ਇੱਕ ਪਾਸੇ ਸਾਨੂੰ ਸਾਹ ਦੇ ਰਹੀ ਹੈ, ਦੂਜੇ ਪਾਸੇ ਸਾਡੇ ਜੀਵਨ ਨੂੰ ਗਤੀ ਵੀ ਦੇ ਰਹੀ ਹੈ ਹਵਾ। ਗਤੀ ਕਿਵੇਂ ਦੇ ਰਹੀ ਹੈ? ਆਪਾਂ ਦੇਖਦੇ ਹਾਂ ਜਿੰਨੀਆਂ ਗੱਡੀਆਂ ਨੇ ਸਾਰਿਆਂ ਦੇ ਟਾਇਰਾਂ ਵਿੱਚ ਹਵਾ ਹੀ ਭਰੀ ਹੈ। ਬੰਦਾ ਟਣਾਂ ਦੇ ਟਣ ਦੇ ਹਿਸਾਬ ਨਾਲ ਵਜਨ ਚੁੱਕ ਕੇ ਗੱਡੀਆਂ ਕਾਰਾਂ ਦੇ ਵਿੱਚ ਦੌੜਿਆ ਫਿਰ ਰਿਹਾ ਹੈ, ਤੇ ਟਾਇਰ 'ਚੋਂ ਹਵਾ ਨਿਕਲ ਜਾਏ ਤੇ ਕਹਿੰਦੇ ਜੀ ਪਹਿਲਾਂ ਹਵਾ ਭਰੋ ਫਿਰ ਚੱਲੇਗੀ। ਹਵਾ ਦੇ ਸਾਰੇ ਸਾਡੇ ਜੀਵਨ ਨੂੰ ਗਤੀ ਮਿਲ ਰਹੀ ਹੈ, ਦੌੜ ਰਹੇ ਹਾਂ ਕਿੰਨੀ ਦੂਰ ਦੂਰ ਤੱਕ। ਇੱਕ ਪਾਸੇ ਸਾਡੇ ਸਰੀਰ ਨੂੰ ਚਲਾ ਰਹੀ ਹੈ, ਦੂਸਰੇ ਪਾਸੇ ਸਾਡੇ ਰੋਜ਼ ਦੀ ਜ਼ਿੰਦਗੀ ਨੂੰ ਚਲਾ ਰਹੀ ਹੈ। ਏਡਾ ਬੇਅੰਤ ਹੈ ਵਾਹਿਗੁਰੂ ਪ੍ਰਮਾਤਮਾ, ਜਿਹਨੇ ਹਵਾ ਨੂੰ ਸਾਰੇ ਪਾਸੇ ਚਲਾ ਰੱਖਿਆ, ਤਿੰਨਾਂ ਲੋਕਾਂ ਵਿੱਚ ਉਹਨੇ ਚਲਾ ਰੱਖਿਆ। ਤਰਾਸ ਧਰੇ ਨਵ ਸੂਰਜ ਗਾਉਣ, ਪ੍ਰਕਾਸ਼ਤ ਪਾਵਕ ਤਰਾਸ ਪੁਰੂ। ਵਾਹਿਗੁਰੂ ਕੌਣ ਹੈ? ਜਿਹਦੇ ਭੈ ਵਿੱਚ, ਜਿਹਦੇ ਹੁਕਮ ਦੇ ਵਿੱਚ ਸੂਰਜ, ਚੰਦਰਮਾ, ਤਾਰੇ ਨਿਰੰਤਰ ਆਪਣੀ ਡਿਊਟੀ ਨਿਭਾ ਰਹੇ ਨੇ। ਆਪਾਂ ਕਈ ਵਾਰੀ ਨਾ ਅਲਾਰਮ ਲਾ ਕੇ ਪੈਂਦੇ ਹਾਂ, ਸਵੇਰੇ ਉੱਠਣਾ ਜੀ ਅਲਾਰਮ ਲਾ ਲਈਏ। ਇੱਕ ਇੱਕ ਨੇ ਕਈ ਵਾਰੀ 2-2, 3-3 ਵੀ ਅਲਾਰਮ ਲਾਉਣੇ ਪੈਂਦੇ ਨੇ, ਤੇ ਕਈ ਵਾਰੀ ਫਿਰ ਵੀ ਲੇਟ ਹੋ ਜਾਈਦਾ ਅਲਾਰਮ ਲਾਉਣ। ਹੁਣ ਸੂਰਜ ਨੇ ਤਾਂ ਕੋਈ ਅਲਾਰਮ ਨਹੀਂ ਲਾਇਆ ਹੋਇਆ, ਚੰਦਰਮਾ ਤਾਰਿਆਂ ਨੇ ਕੋਈ ਅਲਾਰਮ ਥੋੜ੍ਹਾ ਲਾਇਆ, ਪਰ ਉਹ ਆਪਣੇ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦੇ। ਕਦੇ ਆਪਾਂ ਇਹ ਨਹੀਂ ਕਹਾਂਗੇ ਜੀ ਅੱਜ ਸੂਰਜ ਉੱਠਿਆ ਨਹੀਂ ਸੀ, ਅੱਜ ਸਵੇਰੇ 6 ਵਜੇ ਦੀ ਬਜਾਏ ਹੁਣ 12 ਵਜੇ ਚੜ੍ਹਿਆ, ਕਦੇ ਐਸਾ ਹੋਇਆ ਹੀ ਨਹੀਂ। ਜਦੋਂ ਦੇ ਚਲਾ ਦਿੱਤੇ ਵਾਹਿਗੁਰੂ ਜੀ ਨੇ, ਜਿਵੇਂ ਚਲਾ ਦਿੱਤੇ, ਨਿਰੰਤਰ ਚਲੇ ਆ ਰਹੇ ਨੇ। ਆਪਣੀ ਡਿਊਟੀ ਇੰਨੀ ਇਮਾਨਦਾਰੀ ਨਾਲ ਨਿਭਾਉਂਦੇ ਨੇ, 1 ਸੈਕਿੰਡ ਵਾਸਤੇ ਵੀ ਲੇਟ ਨਹੀਂ ਹੁੰਦੇ। ਗੁਰੂ ਸਾਹਿਬ ਦੀ ਬਾਣੀ ਵਿੱਚ ਅਸੀਂ ਰੋਜ਼ ਅੰਮ੍ਰਿਤ ਵੇਲੇ ਜੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰੀਏ ਤਾਂ ਗੁਰੂ ਸਾਹਿਬ ਕਹਿੰਦੇ ਨੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਗੁਰੂ ਸਾਹਿਬ ਕਹਿੰਦੇ ਲੱਖਾਂ ਕਰੋੜਾਂ ਕੋਹਾਂ ਦਾ ਸਫ਼ਰ ਸੂਰਜ, ਚੰਦਰਮਾ, ਤਾਰੇ ਤੈਅ ਕਰੀ ਜਾਂਦੇ ਨੇ, ਕਿਸੇ ਦੇ ਚਲਾਇਆ ਨਹੀਂ ਚੱਲ ਰਹੇ, ਆਪਣੇ ਆਪ ਚੱਲ ਰਹੇ ਨੇ। ਚਲਾ ਕੌਣ ਰਿਹਾ ਹੈ? ਵਾਹਿਗੁਰੂ ਜੀ ਦਾ ਹੁਕਮ, ਉਹਦੇ ਭੈ ਵਿੱਚ ਚੱਲ ਰਹੇ ਨੇ। ਸਾਰੀ ਕਾਇਨਾਤ ਵਾਹਿਗੁਰੂ ਦੇ ਭੈ ਵਿੱਚ ਹੈ, ਉਹਦੇ ਹੁਕਮ ਵਿੱਚ ਚੱਲ ਰਹੀ ਹੈ, ਤੇ ਸਾਰਿਆਂ ਦੇ ਅੰਦਰ ਭੈ ਹੈ, ਪਰ ਰੱਬ ਨੂੰ ਕੋਈ ਭੈ ਨਹੀਂ। ਸਗਲਿਆਂ ਭਉ ਲਿਖਿਆ ਸਿਰਲੇਖ, ਸਾਰਿਆਂ ਦੇ ਸਿਰ ਉੱਤੇ ਭੈ ਦਾ ਲੇਖ ਹੈ। ਨਾਨਕ ਨਿਰਭਉ ਨਿਰੰਕਾਰ ਸਚ ਏਕ। ਇਹ ਨਾਨਕ ਜੀ, ਡਰ ਤੋਂ ਰਹਿਤ ਕੇਵਲ ਪਰਮਾਤਮਾ, ਜਿਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਬਾਕੀ ਸਾਰੀਆਂ ਚੀਜ਼ਾਂ ਹੀ ਉਹਦੇ ਡਰ ਵਿੱਚ ਚੱਲਦੀਆਂ ਨੇ। ਜੋ ਅਸਚਰਜ ਮਹਾ ਮਿਸਮਾਵਤ, ਤਾਹੇ ਕਹੋ ਮੁਖ ਵਾਹਿਗੁਰੂ। ਜਿਹੜਾ ਇੰਨਾ ਹੈਰਾਨ ਕਰਨ ਵਾਲਾ ਹੈ, ਅਸਚਰਜਮਈ ਹੈ, ਵਿਸਮਾਦਮਈ ਹੈ, ਉਹ ਹੈ ਵਾਹਿਗੁਰੂ। ਇਸ ਕਰਕੇ ਮੁਖ ਵਿੱਚੋਂ ਕਹੀਏ ਜੀ ਵਾਹਿਗੁਰੂ। ਜੋ ਸਗਰੇ ਜਗ ਕੋ ਡਰਦਾਇਕ, ਕਰੂਰ ਮਹਾ ਅਤ ਓਜ ਧੁਰੂ। ਵਾਹਿਗੁਰੂ ਸਾਰੇ ਜਗਤ ਦਾ ਦਾਤਾ ਵੀ ਹੈ, ਦਇਆਲੂ ਵੀ ਹੈ, ਪਰ ਉਹਦਾ ਜਿਹੜਾ ਨਿਯਮ ਹੈ, ਜੋ ਉਹਦਾ ਕਾਨੂੰਨ ਹੈ, ਉਹ ਬੜਾ ਕਠੋਰ ਹੈ। ਉਹ ਆਪਣੇ ਕਾਨੂੰਨ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰਦਾ। ਵਾਹਿਗੁਰੂ ਨੇ ਜੋ ਨਿਯਮ ਬਣਾ ਦਿੱਤਾ, ਉਹ ਸਾਰੇ ਸੰਸਾਰ ਤੇ ਲਾਗੂ ਹੁੰਦਾ ਹੈ, ਹਰੇਕ ਜੀਵ ਤੇ ਲਾਗੂ ਹੁੰਦਾ ਹੈ। ਕੋਈ ਕਿੰਨਾ ਬਲ ਵਾਲਾ ਹੋਵੇ, ਕਿੰਨੀ ਵੱਡੀ ਤਾਕਤ ਵਾਲਾ ਹੋਵੇ, ਪਰ ਪ੍ਰਮਾਤਮਾ ਜੀ ਦੇ ਰੱਬੀ ਹੁਕਮ ਤੋਂ ਬਚ ਨਹੀਂ ਸਕਦਾ। ਕਿੰਨਾ ਹੀ ਕੋਈ ਵੱਡੀ ਸਮਰੱਥਾ ਦਾ ਮਾਲਕ ਹੋਵੇ। ਜੋ ਸਭ ਕੋ ਪੁਜਾਵਤ ਹੈ, ਪਰ ਪਾਰਤ ਫੇਰ ਬਿਨਾਸ਼ ਕੁਰੂ। ਇੱਕ ਪਾਸੇ ਉਹ ਬਹੁਤ ਵੱਡੇ ਬਲ ਵਾਲਾ ਹੈ,
ਉਹਦੇ ਬਲ ਦੇ, ਉਹਦੀ ਤਾਕਤ ਦੇ ਸਾਹਮਣੇ ਬੰਦੇ ਦੀ ਤਾਕਤ ਕੁਝ ਵੀ ਨਹੀਂ। ਉਹ ਬੜਾ ਕੁਝ ਕਰਨ ਦੇ ਸਮਰੱਥ ਹੈ, ਕਿਉਂਕਿ ਸੰਸਾਰ ਵਿੱਚ ਬੰਦਾ ਆਪਣੇ ਆਪ ਨੂੰ ਵੱਡੇ ਕਹਾਉਣ ਵਾਸਤੇ, ਵੱਡੀ ਤਾਕਤ ਵਾਲਾ ਦਿਖਾਉਣ ਵਾਸਤੇ ਬੇਅੰਤ ਉਪਰਾਲੇ ਕਰਦਾ ਹੈ। ਇਹ ਹੇਠਲੇ ਲੈਵਲ ਤੋਂ ਸ਼ੁਰੂ ਹੋ ਕੇ ਬਹੁਤ ਉੱਪਰਲੇ ਲੈਵਲ ਤੱਕ ਇਸੇ ਤਰ੍ਹਾਂ ਹੀ ਚੱਲਦਾ ਹੈ। ਬੰਦਾ ਪਹਿਲਾਂ ਆਪਣੇ ਆਪ ਨੂੰ ਆਪਣੇ ਘਰ ਵਿੱਚ ਵੱਡਾ ਦਿਖਾਉਂਦਾ, ਮੈਂ ਦੂਸਰਿਆਂ ਤੇ ਹੁਕਮ ਚਲਾ ਸਕਾਂ, ਦੂਸਰੇ ਮੇਰੇ ਪ੍ਰਭਾਵ ਵਿੱਚ ਰਹਿ ਸਕਣ। ਫਿਰ ਘਰ ਤੋਂ ਬਾਹਰ ਨਿਕਲਦਾ, ਕਹਿੰਦਾ ਆਂਢ ਗੁਆਂਢ ਵਿੱਚ ਥੋੜ੍ਹਾ ਜਿਹਾ ਦਬਾਅ ਹੋਵੇ ਮੇਰਾ, ਲੋਕੀ ਮੇਰਾ ਥੋੜ੍ਹਾ ਭੈ ਮੰਨਣ, ਮੈਂ ਵੱਡਾ ਹੋ ਕੇ ਵਿਚਰਾਂ ਗਲੀ ਮੁਹੱਲੇ ਵਿੱਚ, ਨਗਰ ਵਿੱਚ। ਅੱਜ ਆਪਾਂ ਵੇਖ ਹੀ ਰਹੇ ਹਾਂ, ਵੱਡੀਆਂ ਵੱਡੀਆਂ ਕੰਟਰੀਆਂ ਜਿਹੜੀਆਂ ਨੇ, ਵੱਡੇ ਵੱਡੇ ਦੇਸ਼ ਆਪਣੇ ਆਪ ਨੂੰ ਵੱਡਿਆਂ ਸਿੱਧ ਕਰਨ ਵਾਸਤੇ ਆਪਣੀ ਤਾਕਤ ਦਿਖਾ ਰਹੇ ਨੇ। ਜਿਹੜੇ ਆਪਾਂ ਵੇਖਦੇ ਹਾਂ ਵੱਡੀਆਂ ਵੱਡੀਆਂ ਪਰੇਡਾਂ ਹੁੰਦੀਆਂ ਨੇ, ਕਦੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਆਕਾਸ਼ ਵਿੱਚ ਕਰਦੇ ਨੇ, ਕਹਿੰਦੇ ਵੇਖੋ ਸਾਡੇ ਕੋਲ ਕਿੰਨੇ ਵੱਡੇ ਵੱਡੇ ਜਹਾਜ਼ ਨੇ। ਕਿਤੇ ਉਹ ਆਪਣੇ ਬਣਾਏ ਹੋਏ ਵੱਡੇ ਵੱਡੇ ਬੰਬ ਦਿਖਾਉਂਦੇ ਨੇ, ਦੁਨੀਆ ਨੂੰ ਦਿਖਾਉਂਦੇ ਨੇ ਕਿ ਆ ਵੇਖੋ ਸਾਡੇ ਕੋਲ ਇੰਨਾ ਕੁਝ ਹੈ, ਅਸੀਂ ਇੰਨੇ ਵੱਡੇ ਹਾਂ ਤੁਹਾਡੇ ਨਾਲ। ਪਰ ਇੰਨਾ ਬਲ ਦਿਖਾਉਣ ਦੇ ਬਾਵਜੂਦ, ਜਿੱਥੇ ਸਾਰੇ ਹਰੇਕ ਦੇਸ਼ ਆਪਣੀ ਤਾਕਤ, ਆਪਣੀ ਸਮਰੱਥਾ ਦੂਸਰੇ ਨੂੰ ਦਿਖਾਉਂਦਾ ਹੈ, ਕਿਉਂ? ਮੈਂ ਤੇਰੇ ਨਾਲੋਂ ਵੱਡਾ, ਵੇਖੀ ਮੇਰੇ ਵੱਲ ਵੇਖ ਨਾ ਲਵੀਂ। ਪਰ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਐਡਾ ਵੱਡਾ ਹੈ। ਅੱਜ ਤਾਂ ਇੱਕ ਦੇਸ਼ ਦੂਸਰੇ ਦੇਸ਼ ਨੂੰ ਕਹਿ ਰਿਹਾ ਮੈਂ ਤੇਰੇ ਨਾਲੋਂ ਵੱਡਾ, ਮੈਂ ਆਪਣਾ ਬਲ ਦਿਖਾ ਰਿਹਾ। ਪਰ ਜੇ ਦੇਖ ਲਈਏ ਸਾਰੀ ਦੁਨੀਆ ਆਪਣਾ ਬਲ ਰੱਬ ਨੂੰ ਦਿਖਾਉਣ ਲੱਗ ਪਵੇ, ਤਾਂ ਵੀ ਰੱਬ ਦੇ ਉੱਤੇ ਜ਼ੋਰ ਨਹੀਂ ਕੋਈ ਕਿਸੇ ਦਾ ਚੱਲਣਾ। ਕਿਹਦੇ ਅੱਗੇ ਜਿਹੜੇ ਬੰਬ ਬਣਾਏ ਨੇ ਜਾਂ ਮਿਜ਼ਾਈਲਾਂ ਬਣਾਈਆਂ ਨੇ, ਜੇ ਰੱਬ ਨਾਲ ਬੰਦਾ ਲੜਨਾ ਚਾਹਵੇ ਤੇ ਕਿਹਨੂੰ ਮਾਰੇਗਾ? ਜਿਸ ਰੱਬ ਦਾ ਕੋਈ ਚੱਕਰ ਚੇਨ ਹੀ ਨਹੀਂ, ਉਹਨੂੰ ਉਹਦੇ ਤੇ ਹਮਲਾ ਕਿਵੇਂ ਕਰੇਗਾ? ਸਗੋਂ ਜੋ ਕੁਝ ਕਰ ਰਹੇ ਆ ਬੰਦਾ, ਜਿੰਨੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ ਬਣ ਰਿਹਾ ਹੈ, ਆਪਣੇ ਵਾਸਤੇ ਫੰਦੇ ਤਿਆਰ ਕਰੀ ਜਾਂਦਾ। ਜਿਵੇਂ ਦਾ ਮਾਹੌਲ ਅੱਜ ਬਣਿਆ ਵੇਖ ਰਹੇ ਆ, ਸ਼ਕਤੀ ਦਿਖਾਉਣ ਦੇ ਵਾਸਤੇ, ਆਪਣੀ ਪਾਵਰ ਦਿਖਾਉਣ ਵਾਸਤੇ ਬੰਦਾ ਉਪਰਾਲੇ ਕਰ ਰਿਹਾ ਹੈ। ਪਰ ਇਹ ਵੀ ਨਾਲ ਹੀ ਹੈ ਕਿ ਅਸੀਂ ਖੁਦ ਹੀ ਮਨੁੱਖ ਜਾਤੀ ਸਾਰੀ ਬਰੂਦ ਦੇ ਢੇਰ ਤੇ ਬੈਠੀ ਆਪ ਹੀ। ਕਿਉਂਕਿ ਜੋ ਕੁਝ ਅਸੀਂ ਦੂਸਰੇ ਨੂੰ ਆਪਣੇ ਆਪ ਨੂੰ ਵੱਡਿਆਂ ਸਿੱਧ ਕਰਨ ਵਾਸਤੇ ਮਨੁੱਖ ਨੇ ਬਣਾ ਲਿਆ, ਤੇ ਜੇ ਅੱਜ ਕੋਈ ਹਥਿਆਰ ਬਣਿਆ ਵੀ ਹੈ ਆਪਣੀ ਤਾਕਤ ਨੂੰ ਦਿਖਾਉਣ ਵਾਸਤੇ, ਕਿਤੇ ਨਾ ਕਿਤੇ ਤਾਂ ਉਹਨੇ ਚੱਲਣਾ ਹੀ ਹੈ। ਤੇ ਚੱਲਣਾ ਕਿੱਥੇ ਹੈ? ਬੰਦਿਆਂ ਦੇ ਵਿੱਚ ਹੀ ਚੱਲਣਾ ਹੈ। ਆਪਣਾ ਹੀ ਨੁਕਸਾਨ ਕਰਨ ਵਾਸਤੇ ਅਸੀਂ ਆਪਣੀ ਤਾਕਤ ਦਿਖਾ ਰਹੇ ਹਾਂ। ਪਰ ਸਾਹਿਬ ਕਹਿੰਦੇ ਜੇ ਰੱਬ ਵੱਲ ਵੇਖੇ, ਜੋ ਸਾਗਰੇ ਜਗ ਕੋ ਡਰਦਾਇਕ, ਕਰੂਰ ਮਹਾ ਅਤ ਓਜ ਧਰੋ। ਭੈ ਦਾ ਦਾਤਾ ਹੈ, ਰੱਬ ਦਾ ਭੈ ਬਹੁਤ ਵੱਡਾ ਹੈ, ਬੜਾ ਕਠੋਰ ਹੈ ਤੇ ਬੇਅੰਤ ਬਲ ਵਾਲਾ ਹੈ। ਵਾਹਿਗੁਰੂ ਇੱਕ ਪਲ ਵਿੱਚ ਪਤਾ ਨਹੀਂ ਕੀ ਤੋਂ ਕੀ ਕਰ ਦੇਵੇ। ਗੁਰੂ ਕੀ ਬਾਣੀ ਵਿੱਚ ਤਾਂ ਸਾਰੇ ਬਚਨ ਸਤਿਗੁਰਾਂ ਨੇ ਕਿਹਾ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਚੜੇ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਸਾਹਿਬ ਨੇ ਕਿਹਾ ਉਹ ਜਿੱਥੇ ਜਲ ਹੋਵੇ ਉੱਥੇ ਥਲ ਕਰ ਸਕਦਾ ਹੈ। ਜਿੱਥੇ ਆਪਾਂ ਵੇਖ ਹੀ ਰਹੇ ਹਾਂ, ਹੁਣ ਤਾਂ ਸਾਰੀ ਦੁਨੀਆ ਦੀ ਜਾਣਕਾਰੀ ਅੱਜ ਕੱਲ੍ਹ ਸਾਰੇ ਬੰਦੇ ਦੇ ਹੱਥ ਵਿੱਚ ਹੀ ਹੈ। ਬਹੁਤ ਜਗ੍ਹਾ ਐਸੀਆਂ ਨੇ ਜਿੱਥੇ ਸਮੁੰਦਰ ਸੀ ਕਿਸੇ ਸਮੇਂ, ਪਰ ਅੱਜ ਉੱਥੇ ਰੇਗਿਸਤਾਨ ਬਣਿਆ ਪਿਆ। ਦਿਖਦਾ ਹੈ ਸਾਰਾ ਕੁਝ ਬੰਦੇ ਨੂੰ। ਸਮੁੰਦਰ ਸੀ, ਬੇਅੰਤ ਪਾਣੀ ਸੀ, ਸਮੁੰਦਰ ਵਿੱਚ ਅਤਿਅੰਤ ਪਾਣੀ ਹੁੰਦਾ ਹੈ, ਪਰ ਉੱਥੇ ਸਮੁੰਦਰ ਨਹੀਂ ਰਿਹਾ, ਅੱਜ ਰੇਗਿਸਤਾਨ ਬਣਿਆ ਪਿਆ। ਤੇ ਕਿੰਨੇ ਸੈਂਕੜੇ ਜਹਾਜ਼ ਜਿਹੜੇ ਪਾਣੀ ਚੱਲਣ ਵਾਲੇ ਨੇ, ਅੱਜ ਉਹ ਰੇਤੇ 'ਚ ਖੜੇ ਨੇ। ਤੇ ਜੇ ਜਹਾਜ਼ ਨਾ ਹੁੰਦੇ, ਬੰਦੇ ਨੇ ਮੰਨਣਾ ਹੀ ਨਹੀਂ ਸੀ ਕਿ ਇੱਥੇ ਕਿਸੇ ਸਮੇਂ ਸਮੁੰਦਰ ਹੈਗਾ ਸੀ। ਉਹ ਜਹਾਜ਼ ਖੜੇ ਹੋਏ ਦੱਸ ਰਹੇ ਨੇ ਕਿ ਹਾਂ ਇੱਥੇ ਕਿਸੇ ਸਮੇਂ ਸਮੁੰਦਰ ਸੀ। ਉੱਪਰ ਤੱਕ ਦਿਖ ਰਿਹਾ ਹੈ। ਜਲ ਤੇ ਥਲ ਕਰ, ਥਲ ਤੇ ਕੂਆ। ਪਰਮਾਤਮਾ ਏਡੀ ਸਮਰੱਥਾ ਦਾ ਮਾਲਕ ਹੈ, ਜਿੱਥੇ ਅਤਿਅੰਤ ਪਾਣੀ ਹੈ ਉੱਥੇ ਥਲ ਕਰ ਸਕਦਾ ਹੈ, ਭਾਵ ਕਿ ਬਿਲਕੁਲ ਸੁੱਕੀ ਜ਼ਮੀਨ ਬਣਾ ਸਕਦਾ ਹੈ। ਜਿੱਥੇ ਸੁੱਕੀ ਜ਼ਮੀਨ ਹੈ ਉੱਥੇ ਖੂਹ ਵਰਗੀ ਡੂੰਘਾਈ ਪੈਦਾ ਕਰ ਸਕਦਾ ਹੈ, ਭਾਵ ਕਿ ਕੁਦਰਤ ਵਿੱਚ ਕੁਝ ਵੀ ਬਦਲਣ ਦੇ ਸਮਰੱਥ ਹੈ ਵਾਹਿਗੁਰੂ ਪਰਮਾਤਮਾ।
पता ही नहीं कि किहड़ी ताकत किहड़ी समर्था वो दिखा देवे। अत्यंत बल वाला है, पर फिर भी जन्म दे रहा है, जीवां नूं पाल रहा है, ते जीव सारे संसार के विकास वास्ते जीवां दा नाश भी कर रहा है। जे नाश ना करे इत्थे बेअंत मनुख हो जाण, ते इन्ने मनुखां विच रहना ही बंदे नूं मुश्किल हो जाए। इस करके वाहिगुरू ने विधान बनाया, नवे आ रहे ने ते पुराने जा रहे ने, नाश भी करी जा रहा नाल नाल। जो अस काल महाविदते तिस काल को काल करे सो तुरो। हुण काल जिहड़ा है, जिहनूं असीं मौत कहने आ, मौत सब तो वड्डी चीज़ है। बंदे ने बड़ा कुछ प्राप्त कर लिया, बड़ियां प्राप्तियां ने बंदे दे कोले, पर मौत ते जित नहीं बंदा प्राप्त कर सकिया, अमर नहीं बंदा हो सकिया। इहदे वास्ते उपराले पुरातन समय तो ही, बहुत लमेरे समय तो चलते आ रहे हैं। अमर होने वास्ते बंदे ने बहुत यत्न किए हैं, अज भी कर रहा है। पर पिछले दिनों च दास ने बेनती की सी कि जिन्ने असीं ज़्यादा उम्र वधाउण दे असीं उपराले कीते ने, उम्र घटी है, वधी नहीं। साडे बजुर्ग उपराले नहीं सी कर रहे, उम्र वधाउण दे उन्हां कोले उपराले है नहीं सी, पर 100+ जाते सन। अज बंदे ने हरेक यतन कर लिया, मैं उम्र वधा लवां, पर 100 तो वधी नहीं, 50 के नेड़े तेड़े आ गई। 50, 60, 70 बस इत्थे एक उम्र रह गई, कित्थे 100 तो प्लस सी। बंदे ने जिन्ना यतन किया उम्र नूं वधाउण दा, अमर होना तो दूर की गल रही, जिहड़ी उम्र हैगी सी वो भी घट गई। इसदा मतलब की है, परमात्मा बड़ा आश्चर्य है, वो काल नूं भी जित लैंदा है, काल तो भी उपरली ताकत है। काल दे वास्ते भी मौत है परमात्मा, भाव कि काल नूं भी खत्म कर सकता है। इक्को ही है, महाकाल वाहिगुरू ही है, जिहड़ा काल तो भी वड्डा है, मौत तो भी वड्डा है। जो आश्चर्य महाविस्मावत ताहे कहो मुख वाहिगुरू। गुरु नानक साहब महाराज सच्चे पातशाह जी अंतले समय वाहिगुरू के नाम की वडियाई करते हैं, कहते भाई एडियां ताकतां दा मालक है, उस नूं वाहिगुरू कहिए, तो मुख विच इस करके प्रेम नाल कहिए वाहिगुरू। वेद भेद निरंतर अंतर अंतले सो अचरान चरू। सारा ही संसार वाहिगुरू जी नूं जानण की कोशिश कर रहा है, पर जान नहीं असीं सके। पर परमात्मा सारिਆਂ ਨੂੰ ही जानदा है। असीं वेखना चाहुंदे हां वाहिगुरू जी नूं, पर वेख नहीं सके, पर परमात्मा जी सारिਆਂ ਨੂੰ वेख रहे हैं। जपजी साहिब दे विच आपां बचने पढ़ते भी हैं कि वो वेखै उन्हां नज़र ना आवे। परमात्मा तो वेख रहा है, पर परमात्मा नहीं देख रहा, वो वेख रहा, वो वेखै उन्हां नज़र ना आवे, बहुता इहो विडाण। ऐसा है परमात्मा जिहड़ा सारिਆਂ ਨੂੰ वेखदा है, पर उहनूं कोई नहीं जानदा, वेदां तो भी नहीं जाणिया गया। बेअंत धार्मिक ग्रंथां ने उहदी महिमा का वर्णन किया है, पर पूर्ण महिमा कोई नहीं लिख सकिया। गुरु की बाणी ने भी कह दिता, साहब कहते जे भाई असीं समुंदर की स्याही भी बना लईए, सारा समुंदर जिन्ना है इहदे पानी नूं स्याही बना लईए, सारी वनस्पति दीयां कलमां घड़ लईए, ते कागज़ कोई छोटा मोटा नहीं, धरती का ही पद्धरा करके कागज़ बना लईए, पूरी धरती का ही, ते हवा की स्पीड दे नाल लिखते रहिए, इन्ना कुछ करन दे बावजूद रब की महिमा नूं वर्णन नहीं असीं कर सकते। सारी धरती ते भी लिख के नहीं वर्णन किया जा सकता। इस करके बेअंत धार्मिक ग्रंथां ने यतन किया है उहदी महिमा नूं गाउण दा, पर पूर्ण अंत कोई नहीं पा सकिया। बिंब सोए का अनेक अबिंब अलंब बिना ना अलंब चुरू। वो सारिਆਂ ਦੇ अंदर वरत के ना चलण वालियां चीज़ां नूं भी चला रहा है, प्रतिबिंब की तरह एक तो अनेक हो रहा है। जिवें आपां
कई सारे महल ऐसे बने ने, कई सारे बंदे ने महल जे इस तरह के बनाए ने, उत्थे अंदर चले जाओ सानू दरवाजा नहीं दिखता, हर पासे अपनी तस्वीरां दिखण लग जांदियां, ਉਹਦੇ आले दुआले शीशे इन्ने लाए ने, एक बारी तुसीं एंटर कर जाओ ਉਹਦੇ अंदर, ਤੁਹਾਡੀਆਂ ਇੰਨੀਆਂ ਸ਼ਕਲਾਂ ਤੁਹਾਨੂੰ ਦਿਖਣਗੀਆਂ, ਤੁਹਾਨੂੰ ਦਰਵਾਜ਼ਾ ਹੀ ਨਹੀਂ ਦਿਖੇਗਾ, ਦਰਵਾਜ਼ਾ ਕਿੱਥੇ ਹੈ। जिधरले पासे जाओगे कई बारी बंदे का सिर भी लगता शीशे में, पता ही नहीं लगता मैं घूम कित्थे रहा हाँ। इन्ने प्रतिबिंब बन जाते हैं। कवि जी कहते गुरु साहब ने समझाया परमात्मा के प्रतिबिंब बेअंत रूपों में वाहिगुरु परमात्मा के प्रतिबिंब विचर रहे ने, भाव के परमात्मा जी का प्रकाश बेअंत जीवां के अंदर है, पर वह बिंब तो भी परे है, परछावे तो परे है। साडे विच उहदा परछावा ही है, पर उहदी शक्ति बिंब तो परे है, परछावे तो परे है। संख विकै सो असंख बसेख अशेष हावै शेष नदेश धुरो। उहनूं आप नूं किसे दा आसरा नहीं, किसे दे आसरे नहीं है वाहिगुरू परमात्मा, पर वह सारे जीवां नूं आसरा दे रहा है। जे उहदी गिणती करन लगी, साडे कोले दुनिया विच ऐसा कोई कैलकुलेटर नहीं है, कोई साडे कोले गिणती नहीं है कि परमात्मा जी दे घर दी गिणती कर सकीए। साडे कोले गिणती भी नहीं है, वो अगिणती तो भी परे है, अगणत है, किसे गिणती विच ही नहीं आउंदा। जो वस चरज महाविस्मावत ताहे कहो मुख वाहिगुरु। ऐसा है वाहिगुरु जिहदे नाम का सिमरन सिख ने करना, ऐसा है विस्माद, हैरान करन वालियां उहदियां खेडां ने, उहदे गुण जाणदियां जाणदियां बंदा विस्माद विच चला जांदा है। इस करके कवि जी कहते अपने मुख विचों फिर कहिए वाहिगुरू वाहिगुरू। जदों हैरानगी विच जाके शब्द कहने आ, विस्माद विच जाके कहने आ, तां उस आनंद विच सिख जुड़दा है। जिवें इस्लाम जगत दे विच एक कथा आउंदी है कि एक जगह ते इस्लाम दे कोई रहबर सन, वो व्याख्या कर रहे सन किते बैठ के कि जिहड़ा अल्लाह है, अल्लाह का कोई माँ प्यो नहीं है, अल्लाह का कोई घर नहीं है, अल्लाह नूं कुछ खवाउण, कोई चीज़ खवाउण वाला भी कोई कुछ नहीं है, क्योंकि वो आप ही सारे नूं खवा रहा है। वो कहते आ गल्लां जिहड़ियां कोई व्याख्यान कर रहा सी, कोई रब दा प्यारा, एक आजड़ी ने सुन लईआं, बकरियां चरन वाले ने, भेडां चरन वाले ने सुन लईआं। वो सुन के चला गया, अपनी भेडां चरदा चरदा एक जगह बैठा सी। हुण ध्यान करके जुड़ गया, कहंदा हे अल्लाह, मैं तां तैनूं बहुत वड्डी शक्ति दा मालक समझदा सी, पर मैनूं तां अज पता लग्या मेरे वांग तेरा भी मां प्यो कोई नहीं, मैं भी अनाथ हाँ ते तू भी अनाथ है। मां प्यो बचपन विच मेरा भी नहीं रहा, ते अज मैं सुनिया तेरा मां प्यो भी कोई नहीं, ते अज मैं भी सुन के आया तेरा घर भी कोई नहीं, ते घर मेरा भी कोई नहीं। इस करके आपां तां बिल्कुल इक्को जिहे होए। पर कहंदा एक गल है, तेरे कोल तां घर कोई नहीं, मेरे कोल छोटी जी झोंपड़ी हैगी है, जे तू चाहें तो तू मेरे कोल आ जा, मैं तेनों अपनी झोंपड़ी विच एक जगह ते थां दे देंगा रहन वास्ते। कहंदा तेरे मैनू पता लग्या जे तेरे मां प्यो नहीं हैगे ते तेनों खवाउण वाला कौन होएगा, तेनों तो रोटी खवाउण वाला भी कोई नहीं होना। कहंदा तू तो मेरे कोल जे आ जावे तां मेरे कोल दुध हैगा बकरियां दा, मैं तेनों दुध पिला दिया करांगा। हुण भोले भाव दे विच बिल्कुल निर्मल हिरदे विच बैठा सी। उन्हें जो सुनिया, रब्बा तेरे घर नहीं, आ जा मेरी झोंपड़ी च आ जा, तेरे मां प्यो नहीं, मेरे भी नहीं हैगे, तेनों भोजन खवाउण वाला कोई नहीं, आ तेनों मैं दुध पिलावांगा। कहंदा मैं बचपन विच बड़ा औखा समा गुजारिया है, बचपन विच मेरा सिर वाहण वाला कोई नहीं सी हुंदा, तेरे मां प्यो भी नहीं हैगे, बाल तेरे भी खिलरे होणगे, जे तू मेरे कोल आ जावे मैं तेरे सिर नूं तेल लावां ते तेरा सिर वाह देंगा। अपने आनंद विच बैठा वो बकरियां चरन वाला इस तरह गल्लां कर रहा सी, ते रब दे नाम दा जिहड़ा फकीर सी, मुसलमान जगत दा जिहड़ा रहबर सी, वो कोल ती लंघिया, उन्हें कहा तो रब की बेअदबी कर रहा है, ये अल्लाह की बेअदबी कर रहा है। अल्लाह कायनात का मालक ते अल्लाह नूं अनाथ कह रहा है, ते कह रहा तू मेरे कोल आ जा, मैं तेनों घर विच था देवां। अल्लाह सारी दुनिया नूं घर दिंदा है,
ਪਰ ਇਹ ਅੱਲਾ ਨੂੰ ਕਹਿ ਰਿਹਾ, ਆ ਜਾ ਤੂੰ ਮੇਰੀ ਝੌਂਪੜੀ 'ਚ ਆ ਜਾ, ਮੈਂ ਤੈਨੂੰ ਥਾਂ ਦੇਵਾਂਗਾ, ਤੇਰੇ ਸਿਰ ਨੂੰ ਤੇਲ ਲਾਵਾਂਗਾ, ਬਾਹਵਾਂਗਾ, ਤੈਨੂੰ ਦੁੱਧ ਪਿਆਵਾਂਗਾ। ਕਹਿੰਦੇ ਉਹਨੇ ਜਾ ਕੇ ਉਹਦੇ 2 ਚਪੇੜਾਂ ਮਾਰੀਆਂ, ਬੱਕਰੀਆਂ ਚਰਨ ਵਾਲੇ ਦੇ 2 ਚਪੇੜਾਂ ਮਾਰ ਦਿੱਤੀਆਂ। ਕਹਿਣ ਲੱਗਾ, ਤੂੰ ਰੱਬ ਦੀ, ਅੱਲਾ ਦੀ ਨਿਰਾਦਰੀ ਕਰ ਰਿਹਾ ਹੈ? ਉਹ ਹੈਰਾਨ ਕਿ ਮੈਂ ਨਿਰਾਦਰੀ ਕਿੱਥੋਂ ਕਰ ਦਿੱਤੀ? ਮੈਂ ਜੋ ਸੁਣਿਆ ਸੀ, ਮੈਂ ਤਾਂ ਰੱਬ ਨੂੰ ਸਗੋਂ ਆਸਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉਹ ਤਾਂ ਜਿਹੜਾ ਇਸਲਾਮ ਜਗਤ ਦੇ ਜਿਸ ਰਹਿਬਰ ਦੀ ਗੱਲ ਉਹ ਕਥਾ ਵਿੱਚ ਆਉਂਦੀ ਹੈ, ਉਹ ਤਾਂ ਥੱਪੜ ਮਾਰ ਕੇ, ਚਾਂਟੇ ਮਾਰ ਕੇ ਚਲੇ ਗਏ, ਪਰ ਜਿਸ ਵੇਲੇ ਭਗਤੀ ਵਿੱਚ ਬੈਠੇ ਉਹਨਾਂ ਦਾ ਧਿਆਨ ਨਾ ਜੁੜੇ। ਬੜੀ ਕੋਸ਼ਿਸ਼ ਕਰਨ, ਧਿਆਨ ਨਾ ਜੁੜੇ ਰੱਬ ਦੇ ਕਰਨ ਨਾਲ। ਜਦੋਂ ਧਿਆਨ ਨਾ ਜੁੜਿਆ, ਉਹਨਾਂ ਬੇਨਤੀ ਕੀਤੀ ਅੱਲਾ ਦੇ ਚਰਨਾਂ ਵਿੱਚ, ਹੇ ਅੱਲਾ, ਇਹ ਗੱਲ ਕੀ ਹੋ ਗਈ? ਪਹਿਲਾਂ ਤੇਰੇ ਚਰਨਾਂ ਵਿੱਚ ਧਿਆਨ ਜੁੜਦਾ ਸੀ, ਇਬਾਦਤ ਕਰੀਦੀ ਸੀ, ਅੱਜ ਧਿਆਨ ਨਹੀਂ ਜੁੜ ਰਿਹਾ। ਕਹਿੰਦੇ ਆਵਾਜ਼ ਆਈ, ਅੱਜ ਤਾਂ ਇੱਕ ਜੁੜੇ ਹੋਏ ਨੂੰ ਤੋੜਿਆ ਹੈ। ਉਹ ਵਿਸਮਾਦ ਦੀ ਅਵਸਥਾ ਵਿੱਚ ਸੀ, ਆਨੰਦ ਦੀ ਅਵਸਥਾ ਵਿੱਚ ਸੀ। ਉਹਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਕਹਿੰਦੇ ਮੈਨੂੰ ਆਨੰਦ ਆ ਰਿਹਾ ਸੀ, ਕਿਉਂਕਿ ਉਹ ਭੋਲੇ ਭਾਵ ਦੀਆਂ ਸਨ, ਵਿਸਮਾਦ ਦੀਆਂ ਸਨ, ਆਨੰਦ ਦੀਆਂ ਸਨ। ਪਰ ਤੈਂ ਉਸ ਜੁੜੇ ਹੋਏ ਨੂੰ ਤੋੜ ਦਿੱਤਾ, ਤੇ ਤੇਰੀ ਧਿਆਨ, ਤੇਰੀ ਸੁਰਤ ਕਿੱਥੋਂ ਜੁੜ ਜਾਏ? ਪਹਿਲਾਂ ਜਾ ਕੇ ਉਹਦੇ ਕੋਲੋਂ ਮਾਫੀ ਮੰਗ, ਕਿਉਂਕਿ ਰੱਬ ਦੇ ਘਰ ਦਾ ਜਿਹੜਾ ਵਿਸਮਾਦ ਹੈ, ਜਿਹੜਾ ਆਨੰਦ ਹੈ, ਇਹ ਭੋਲੇ ਭਾਵ ਵਾਲੇ ਹੀ ਮੰਨਦੇ ਨੇ। ਜਿਹੜੇ ਉਹਦੀ ਖੇਡ ਨੂੰ ਵੇਖਦਿਆਂ ਵੇਖਦਿਆਂ ਉਹਦੇ ਵਿੱਚ ਗਵਾਚ ਜਾਂਦੇ ਨੇ, ਉਹੀ ਆਨੰਦ ਮਾਣਦੇ ਨੇ। ਤੇ ਜੇ ਅਸੀਂ ਉੱਪਰੀ ਨਜ਼ਰੇ ਅਸੀਂ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਹਾਂ, ਮਨ ਸਾਡਾ ਟਿਕਦਾ ਨਹੀਂ, ਕਿਉਂਕਿ ਅਸੀਂ ਉਸ ਖੇਡ ਵਿੱਚ, ਅਚਰਜਮਈ ਵਿਸਮਾਦ ਵਿੱਚ ਜਾ ਕੇ ਨਹੀਂ ਵੇਖਿਆ। ਉਹ ਬੱਕਰੀਆਂ ਚਰਨ ਵਾਲਾ ਵੀ ਚਲਾ ਗਿਆ, ਉਹਦਾ ਅੰਦਰੋਂ ਪ੍ਰੇਮ ਜੁੜ ਗਿਆ। ਜੋ ਵੀ ਬਚਨ ਉਹਨੇ ਕੀਤੇ, ਬਚਨ ਭਾਵੇਂ ਕੁਝ ਵੀ ਸਨ, ਪਰ ਉਹ ਅੰਦਰੋਂ ਪ੍ਰੇਮ ਕਰਕੇ ਕਰ ਰਿਹਾ ਸੀ। ਤੇ ਇੱਥੇ ਜਿਵੇਂ ਕਵੀ ਜੀ ਬਿਆਨ ਕਰ ਰਹੇ ਨੇ ਕਿ ਗੁਰੂ ਸਾਹਿਬ ਜੀ ਅੰਤਲੇ ਸਮੇਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਵਾਹਿਗੁਰੂ ਦੇ ਨਾਮ ਦੀ ਮਹਿਮਾ ਦੱਸ ਰਹੇ ਨੇ ਕਿ ਕਿੱਡਾ ਬੇਅੰਤ ਹੈ ਉਹ, ਤੇ ਕਿੱਡਾ ਅਚਰਜਮਈ ਹੈ। ਜਦੋਂ ਕੋਈ ਪਿਆਰਾ ਮੁਖ ਵਿੱਚ ਉਹਦਾ ਨਾਮ ਜਪਦਾ ਹੈ ਤੇ ਉਹਦੇ ਜਨਮਾਂ ਮਰਨਾਂ ਦੇ ਬੰਧਨ ਕੱਟੇ ਜਾਂਦੇ ਨੇ। ਸੋ ਆਓ, ਅਜੇ ਵੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਦਾ ਵਰਣਨ ਚੱਲ ਰਿਹਾ ਹੈ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੂੰ ਤੁਠਾ ਕਿਰਪਾ ਨਿਭਾਣਾ, ਨਾ ਦੂਜਾ ਸਾਧੂ, ਇਹਾ ਪਾਈ ਮੂਲ ਤਤ ਵੀ, ਨਿਤ ਹਿਰਦੇ ਰਖ